ਹਾਲੇਲੂਇਆ। ਸਭ ਨੂੰ ਜੈ ਮਸੀਹ ਦੀ। ਸਭ ਤੋਂ ਪਹਿਲਾਂ ਅਸੀਂ ਪ੍ਰਭੂ ਦਾ ਧੰਨਵਾਦ ਕਰਦੇ ਹਾਂ ਅੱਜ ਦੇ ਇਸ ਸੁੰਦਰ ਸਮੇਂ ਦੇ ਲਈ ਕਿ ਪ੍ਰਭੂ ਨੇ ਇੱਕ ਵਾਰੀ ਫੇਰ ਸਾਨੂੰ ਆਪਣੇ ਕਦਮਾਂ ਦੇ ਵਿੱਚ ਇਕੱਠਿਆਂ ਕੀਤਾ। ਪਿਛਲਾ ਸਾਰਾ ਸਮਾਂ ਉਹਨੇ ਸੰਭਾਲਿਆ, ਮਦਦ, ਨਿਗਹਿਬਾਨੀ, ਰਖਵਾਲੀ ਕੀਤੀ ਆ ਔਰ ਅੱਜ ਫੇਰ ਆਪਣੇ ਕਦਮਾਂ 'ਚ ਲੈ ਕੇ ਆਏ। ਸਭ ਗੱਲਾਂ ਦੇ ਲਈ ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ। ਤੋ ਪਿਛਲੇ ਦਿਨਾਂ ਤੋਂ ਜੋ ਅਸੀਂ ਪਰਮੇਸ਼ਰ ਦਾ ਵਚਨ ਸੁਣ ਰਹੇ ਸੀ ਕਿ ਆਦਮ ਦੇ ਪਾਪ ਕਰਨ ਦੇ ਕਾਰਨ ਮਨੁੱਖ ਜਾਤੀ ਨੂੰ ਹੋਏ ਨੁਕਸਾਨ, ਜੋ ਅਸੀਂ ਦੇਖ ਰਹੇ ਸੀ ਕਿ ਆਦਮ ਦੇ ਪਾਪ ਦਾ ਸਾਰੀ ਮਨੁੱਖ ਜਾਤੀ ਨੂੰ ਕੀ ਨੁਕਸਾਨ ਝੱਲਣਾ ਪਿਆ। ਨੰਬਰ 1 ਕਿ ਆਦਮ ਆਤਮਿਕ ਤੌਰ ਤੇ ਮਰ ਗਿਆ, ਪਰ ਉਹਨਾਂ ਨੁਕਸਾਨਾਂ ਦਾ ਪਰਮੇਸ਼ਰ ਨੇ ਫਿਰ ਦੁਬਾਰਾ ਭਰਪਾਈ ਵੀ ਕੀਤੀ। ਉਹ ਜਿਹੜੇ ਨੁਕਸਾਨ ਸੀ ਉਹਨਾਂ ਨੁਕਸਾਨਾਂ ਨੂੰ ਫਿਰ ਦੁਬਾਰਾ ਸਾਡੇ ਲਈ ਬੜੇ ਵਧੀਆ ਔਰ ਆਤਮਿਕ ਔਰ ਪੱਕੇ ਢੰਗ ਦੇ ਨਾਲ ਪੂਰਾ ਕਰਕੇ ਦਿੱਤਾ ਕਿ ਆਤਮਾ 'ਚ ਮਰ ਗਏ ਲੋਕਾਂ ਨੂੰ ਨਵੇਂ ਸਿਰੇ ਤੋਂ ਉਹਨੇ ਕੀ ਦਿੱਤਾ, ਫਿਰ ਜਨਮ ਦਿੱਤਾ। ਫਿਰ ਜਿਨ੍ਹਾਂ ਦੀ ਸੰਗਤੀ ਟੁੱਟ ਗਈ ਸੀ, ਫਿਰ ਪਰਮੇਸ਼ਰ ਨੇ ਆਪਣੀ ਸੰਗਤੀ ਮਨੁੱਖ ਜਾਤੀ ਦੇ ਨਾਲ ਬਹਾਲ ਕੀਤੀ। ਕਹਿੰਦਾ ਨਾ, ਉਹਦਾ ਡੇਰਾ ਮਨੁੱਖਾਂ ਦੇ ਵਿਚਕਾਰ ਹੈ। ਫਿਰ ਜੋ ਇਨਸਾਨ ਨੰਗਾ ਹੋ ਗਿਆ ਸੀ, ਮੈਂ ਇੱਕ ਵਾਰ ਫਿਰ 5 ਰਿਪੀਟ ਕਰ ਦਿੰਦਾ। ਨੁਕਸਾਨ ਕੀ ਹੋਏ ਸੀ? ਆਤਮਿਕ ਤੌਰ ਤੇ ਮਰ ਗਿਆ, ਸੰਗਤੀ ਟੁੱਟ ਗਈ। ਆਦਮ ਔਰ ਹਵਾ ਕਹਿੰਦੇ ਪਰਮੇਸ਼ਰ ਅਸੀਂ ਨੰਗੇ ਆ, ਤੇਰੇ ਸਾਹਮਣੇ ਕੀ ਨਹੀਂ ਕਰ ਸਕਦੇ, ਆ ਨਹੀਂ ਸਕਦੇ। ਔਰ ਚੌਥਾ, ਜਿਹੜਾ ਹੱਕ ਸੀ ਉਹਨੂੰ ਹੱਕ ਖੋ ਬੈਠਾ ਔਰ ਘਰ ਵਿੱਚੋਂ ਕੀ ਕਰ ਦਿੱਤਾ ਗਿਆ ਸੀ, ਕੱਢ ਦਿੱਤਾ ਗਿਆ ਸੀ। ਅਜੇ ਅਸੀਂ ਤੀਸਰੇ ਪੁਆਇੰਟ ਤੇ ਪਹੁੰਚੇ ਹਾਂ ਕਿ ਉਹ ਆਦਮ, ਜੋ ਉਹ ਇਨਸਾਨ ਜੋ ਆਤਮਿਕ ਤੌਰ ਤੇ ਨੰਗਾ ਹੋ ਗਿਆ ਸੀ, ਉਸ ਨੰਗੇ ਹੋਏ ਇਨਸਾਨ ਨੂੰ ਪਰਮੇਸ਼ਰ ਨੇ ਫੇਰ ਜਲਾਲੀ ਬਸਤਰ ਦਿੱਤੇ ਨੇ, ਇੱਕ ਮਹਿਮਾ ਦੇ ਬਸਤਰ ਦਿੱਤੇ ਨੇ। ਉਹਨੂੰ ਉਹ ਆਤਮਿਕ ਸ਼ਸਤਰ ਤੇ ਬਸਤਰਾਂ ਦੇ ਨਾਂ ਦੇ ਨਾਲ ਪੁਕਾਰਦਾ ਆ ਕਿ ਇਹ ਮੇਰੇ ਸਾਰੇ ਆਤਮਿਕ ਸ਼ਸਤਰ ਬਸਤਰ ਲੈ ਲਾ, ਤਾਂ ਕਿ ਫਿਰ ਜਦੋਂ ਸ਼ੈਤਾਨ ਆਦਮ ਤੇ ਹਵਾ ਦੀ ਵਾਂਗੂ ਤੈਨੂੰ ਆਤਮਿਕ ਤੌਰ ਤੇ ਸੁੱਟਣ ਦੇ ਲਈ ਜਾਂ ਤੈਨੂੰ ਆਤਮਿਕ ਤੌਰ ਤੇ ਮਾਰਨ ਦੇ ਲਈ ਆਵੇ ਤੇ ਤੂੰ ਉਹਦਾ ਸਾਹਮਣਾ ਕਰ ਸਕੀ। ਬਲਕਿ ਸਾਹਮਣਾ ਨਹੀਂ, ਉਹਦੇ ਸਾਰੇ ਕੰਮਾਂ ਨੂੰ, ਉਹਦੀਆਂ ਸਾਰੀਆਂ ਚਾਲਾਂ ਨੂੰ ਫੇਲ ਕਰਕੇ, ਸ਼ੈਤਾਨ ਨੂੰ ਹਰਾ ਕੇ, ਸਭੋ ਕੁਝ ਮੁਕਾ ਕੇ ਕੀ ਕਰ ਸਕੇ, ਤੂੰ ਖਲੋ ਸਕੇ। ਪਿਛਲੇ ਦਿਨਾਂ ਸਿੱਖ ਚੁੱਕੇ ਹਾਂ। ਸਭ ਤੋਂ ਪਹਿਲਾਂ ਸਾਡੇ ਬਸਤਰਾਂ ਦੇ ਵਿੱਚ ਕੀ ਉਹਨੇ ਦਿੱਤਾ ਸਾਨੂੰ? ਸੱਚਾਈ ਦੀ ਕੀ ਹੋਣੀ ਚਾਹੀਦੀ ਆ? ਕਮਰਕਸ ਜਾਂ ਸੱਚਾਈ ਦੀ ਬੈਲਟ। ਫਿਰ ਕੀ ਹੋਣੀ ਚਾਹੀਦੀ? ਧਰਮ ਦੀ ਸੰਜੋ। ਨੰਬਰ 3, ਸੱਚਾਈ ਦੀ ਕਮਰਕਸ, ਧਰਮ ਦੀ ਸੰਜੋ। ਨੰਬਰ 3, ਮੇਲ ਮਿਲਾਪ ਦੀ ਤਿਆਰੀ ਦੀ, ਖੁਸ਼ਖਬਰੀ ਦੀ ਜੁੱਤੀ। ਤੋ ਅੱਜ ਅਸੀਂ ਵੇਖਣ ਲਈ ਜਾ ਰਹੇ ਹਾਂ ਅੱਗੇ ਕਿ ਪਰਮੇਸ਼ਰ ਅਗਲਾ ਬਸਤਰ ਜਾਂ ਅਗਲਾ ਸ਼ਸਤਰ ਸਾਨੂੰ ਕਿਹੜਾ ਦੇਣਾ ਚਾਹੁੰਦੇ ਨੇ। ਪੜ੍ਹ ਦੀजिए ਇੱਕ ਵਾਰ ਇਫਸੀਆਂ ਦੀ ਪੱਤਰੀ 6 ਬਾਬ ਉਹਦਾ 13 ਆਇਤ ਤੋਂ ਪੜ੍ਹ ਦਈਏ। ਇਸ ਕਾਰਨ ਤੁਸੀਂ ਪਰਮੇਸ਼ਰ ਦੇ ਸਾਰੇ ਸ਼ਸਤਰ ਬਸਤਰ ਲੈ ਲਵੋ। ਇਸ ਕਾਰਨ ਤੁਸੀਂ ਪਰਮੇਸ਼ਰ ਦੇ ਸਾਰੇ ਸ਼ਸਤਰ ਬਸਤਰ ਲੈ ਲਵੋ, ਭਈ ਤੁਸੀਂ ਬੁਰੇ ਦਿਨ ਵਿੱਚ ਸਾਹਮਣਾ ਕਰ ਸਕੋ। ਤੁਸੀਂ ਬੁਰੇ ਦਿਨ 'ਚ ਕੀ ਕਰ ਸਕੋ? ਸਾਹਮਣਾ ਕਰ ਸਕੋ। ਅਤੇ ਸਭੋ ਕੁਝ ਮੁਕਾ ਕੇ ਖਲੋ ਸਕੋ। ਔਰ ਸਭੋ ਕੁਝ ਮੁਕਾ ਕੇ ਕੀ ਕਰ ਸਕੋ? ਖਲੋ ਸਕੋ। ਹਾਂ, ਸੋ ਤੁਸੀਂ ਆਪਣੀ ਕਮਰ ਸਚਾਈ ਨਾਲ ਕੱਸ ਕੇ, ਪਰਮੇਸ਼ਰ ਦਾ ਵਚਨ ਕਹਿੰਦਾ, ਸੋ ਤੁਸੀਂ ਆਪਣੀ ਕਮਰ ਸਚਾਈ ਦੇ ਨਾਲ ਕੱਸ ਕੇ ਅਤੇ ਧਰਮ ਦੀ ਸੰਜੋ ਪਹਿਨ ਕੇ, ਔਰ ਧਰਮ ਦੀ ਸੰਜੋ ਪਹਿਨ ਕੇ ਅਤੇ ਮਿਲਾਪ ਦੀ ਖੁਸ਼ਖਬਰੀ ਦੀ ਤਿਆਰੀ ਦੀ ਜੁੱਤੀ ਆਪਣੇ ਪੈਰੀ ਪਾ ਕੇ ਖਲੋ ਜਾਓ। ਮਿਲਾਪ ਦੀ ਖੁਸ਼ਖਬਰੀ ਦੀ ਤਿਆਰੀ ਦੀ ਜੁੱਤੀ ਆਪਣੇ ਪੈਰੀ ਪਾ ਕੇ ਕੀ ਕਰੋ? ਖਲੋ ਜਾਓ। ਹਾਂ, ਅੱਗੇ ਪੜੋ। ਉਹਨਾਂ ਸਭਨਾ ਸਣੇ, ਹਾਂ, ਹੁਣ ਕਹਿੰਦਾ ਇਹ ਤੇ ਚੀਜ਼ਾਂ ਹੈ ਨੇ, ਪਰ ਇਹਨਾਂ ਸਭਨਾ ਚੀਜ਼ਾਂ ਦੇ ਸਣੇ ਇੱਕ ਚੀਜ਼ ਹੋਰ ਹੋਣੀ ਜ਼ਰੂਰੀ ਆ। ਹਾਂ, ਨੇਚਾ ਦੀ ਢਾਲ ਲਵੋ। ਕੀ ਲਓ? ਨਿਹਚਾ ਦੀ ਢਾਲ ਲਓ। ਹਾਂ, ਜਿਹਦੇ ਨਾਲ ਤੁਸੀਂ ਉਸ ਦੁਸ਼ਟ ਦੇ ਸਾਰੇ ਅਗਨ ਬਾਣਾਂ ਨੂੰ ਬੁਝਾ ਸਕੋਗੇ। ਹਾਂਜੀ, ਅੱਜ ਅਸੀਂ ਦੇਖਣ ਲਈ ਜਾ ਰਹੇ ਹਾਂ ਨਿਹਚਾ ਦੀ ਢਾਲ। ਪਰਮੇਸ਼ਰ ਕਹਿੰਦਾ ਇਹ ਸਭਨਾ ਚੀਜ਼ਾਂ ਦੇ ਸਣੇ। ਹਾਂ, ਤੇਰੇ ਕੋਲ ਸਚਾਈ ਦੀ ਬੈਲਟ ਹੈ, ਬਹੁਤ ਅੱਛਾ ਆ। ਤੇਰੇ ਕੋਲ ਧਰਮ ਦੀ ਸੰਜੋ ਹੈ, ਬੜਾ ਵਧੀਆ ਹੈ। ਤੇਰੇ ਪੈਰੀ ਮੇਲ ਮਿਲਾਪ ਦੀ ਤਿਆਰੀ ਦੀ ਜੁੱਤੀ ਹੈ, ਸਭ ਤੋਂ ਵਧੀਆ। ਪਰ ਉਹਨਾਂ ਸਭਨਾ ਸਣੇ ਤੇਰੇ ਕੋਲ ਵਿਸ਼ਵਾਸ ਦੀ ਕੀ ਹੋਣੀ ਚਾਹੀਦੀ ਆ? ਢਾਲ ਵੀ ਹੋਣੀ ਚਾਹੀਦੀ ਆ। ਇਸ ਢਾਲ ਤੋਂ ਬਿਨਾ ਆਤਮਿਕ ਲੜਾਈ ਨਹੀਂ ਲੜੀ ਜਾ ਸਕਦੀ। इस ढाल तो बिना शैतान ते फतह नहीं पाई जा सकती। इस ढाल तो बिना
ਕਦੇ ਵੀ ਸਭ ਕੁਝ ਮੁਕਾ ਕੇ ਖੜਾ ਨਹੀਂ ਹੋਇਆ ਜਾ ਸਕਦਾ। ਇਸ ਕਰਕੇ ਪਰਮੇਸ਼ਰ ਕਹਿੰਦਾ ਇਹ ਵਿਸ਼ਵਾਸ ਦੀ ਢਾਲ ਤੁਹਾਡੇ ਹੱਥ ਵਿੱਚ ਹੋਣਾ ਬਹੁਤ ਹੀ ਜ਼ਰੂਰੀ ਆ। ਇਹਨਾਂ ਸਭਨਾਂ ਸਣੇ ਵਿਸ਼ਵਾਸ ਦੀ ਢਾਲ ਲਓ ਤਾਂ ਜੋ ਤੁਸੀਂ ਉਸ ਸ਼ੈਤਾਨ ਦੇ ਸਾਰੇ ਅਗਨਬਾਣਾਂ ਨੂੰ ਕੀ ਕਰ ਸਕੋ, ਬੁਝਾ ਸਕੋ। ਇਹ ਢਾਲ ਸ਼ੈਤਾਨ ਦੇ ਤੀਰਾਂ ਨੂੰ ਰੋਕਣ ਦੇ ਔਰ ਉਹਨੂੰ ਬੁਝਾਉਣ ਦੇ ਕੀ ਆਉਂਦੀ ਆ, ਕੰਮ ਆਉਂਦੀ ਆ। ਅੱਜ ਇਸ ਢਾਲ ਨੂੰ ਅਸੀਂ ਵੇਖਣ ਲਈ ਜਾ ਰਹੇ ਹਾਂ ਕਿ ਇਹ ਵਿਸ਼ਵਾਸ ਦੀ ਢਾਲ ਹੈ ਕੀ ਔਰ ਇਹ ਵਿਸ਼ਵਾਸ ਦੀ ਢਾਲ ਕਿਸ ਤਰ੍ਹਾਂ ਕੰਮ ਕਰਦੀ ਆ। ਇਹ ਸਭ ਜੋ ਅਸੀਂ ਪੜ੍ਹ ਰਹੇ ਹਾਂ ਨਾ ਆਤਮਿਕ ਸ਼ਸਤਰ ਬਸਤਰ, ਪੌਲੁਸ ਉਸ ਸਮੇਂ ਰੋਮੀ ਸੈਨਾ ਦਾ ਸੈਨਾਪਤੀ ਹੋਣ ਦੇ ਕਾਰਨ ਉਹਨੂੰ ਪਤਾ ਸੀ ਕਿ ਇੱਕ ਰੋਮੀ ਸਿਪਾਹੀ, ਕਿਉਂਕਿ ਉਸ ਸਮੇਂ ਸਾਰੇ ਵਰਲਡ ਤੇ ਲਗਭਗ ਰੋਮੀ ਸੈਨਾ ਦਾ ਬੋਲਬਾਲਾ ਸੀ। ਰੋਮ ਦੀ ਸੈਨਾ ਨੇ ਉਸ ਇਸਰਾਇਲ ਦੇਸ਼ ਨੂੰ ਵੀ, ਉਸ ਫਲਿਸਤੀਨ ਦੇਸ਼ ਨੂੰ ਵੀ ਜਿੱਤਿਆ ਹੋਇਆ ਸੀ ਤੇ ਉਹਨੂੰ ਪਤਾ ਸੀ ਕਿ ਰੋਮ ਦੀ ਸੈਨਾ ਕੋਲ ਕਿਹੜੇ ਹਥਿਆਰ ਨੇ ਤੇ ਕਿਹੜੇ ਤਰੀਕੇ ਦੇ ਨਾਲ ਉਹ ਕੀ ਕਰਦੇ ਨੇ, ਜਿੱਤ ਪਾਉਂਦੇ ਨੇ। ਔਰ ਉਹਨੇ ਵੇਖਿਆ ਕਿ ਇਹਨਾਂ ਵਿੱਚੋਂ ਸਭ ਤੋਂ ਇੱਕ ਖਾਸ ਇਹਨਾਂ ਕੋਲ ਸ਼ਸਤਰ ਆ, ਉਹ ਆ ਢਾਲ। ਇਸ ਢਾਲ ਦੇ ਨਾਲ ਉਹ ਦੁਸ਼ਮਣ ਤੋਂ ਆਉਣ ਵਾਲੇ ਸਾਰੇ ਅਗਨਬਾਣਾਂ ਦਾ ਜਾਂ ਸਾਰੇ ਤੀਰਾਂ ਦਾ ਕੀ ਕਰਦੇ ਨੇ, ਸਾਹਮਣਾ ਕਰਦੇ ਨੇ ਤੇ ਬਚਦੇ ਨੇ। ਇਹ ਵਿਸ਼ਵਾਸ ਹੀ ਤੁਹਾਨੂੰ ਤੁਹਾਡੇ ਆਤਮਿਕ ਜੀਵਨ 'ਚ ਜਿਉਂਦਾ ਰੱਖੇਗਾ। ਜੇਕਰ ਤੁਸੀਂ ਆਤਮਿਕ ਤੌਰ ਤੇ ਜਿਉਂਦੇ ਰਹਿਣਾ ਚਾਹੁੰਦੇ ਹੋ ਨਾ, ਵਿਸ਼ਵਾਸ ਨਹੀਂ ਤੇ ਤੁਸੀਂ ਮੁਰਦਾ ਹੋ। ਇਹ ਵਿਸ਼ਵਾਸ ਦੀ ਢਾਲ ਹੀ ਤੁਹਾਨੂੰ ਆਤਮਿਕ ਲੜਾਈ 'ਚ ਜਿਉਂਦੇ ਰਹਿ ਕੇ ਨਾ ਡਿੱਗ ਕੇ ਜਿਉਂਦੇ ਰਹਿ ਕੇ ਨਾ ਡਿੱਗ ਕੇ ਸਭੋ ਕੁਝ ਮੁਕਾ ਕੇ ਖੜੇ ਰਹਿਣ ਦੇ ਵਿੱਚ ਪਰਮੇਸ਼ਰ ਵੱਲੋਂ ਤੁਹਾਡੀ ਕੀ ਕਰੇਗੀ, ਮਦਦ ਕਰੇਗੀ। ਇਸ ਕਰਕੇ ਹਰ ਵਿਸ਼ਵਾਸੀ ਦੇ ਹੱਥ ਵਿੱਚ, ਹਰ ਮਸੀਹੀ ਦੇ ਹੱਥ ਵਿੱਚ ਜੋ ਆਤਮਿਕ ਸੈਨਾ 'ਚ ਭਰਤੀ ਹੈ, ਜੋ ਆਤਮਿਕ ਲੜਾਈ ਲੜ ਰਿਹਾ ਆ, ਉਹਦੇ ਹੱਥ ਦੇ ਵਿੱਚ ਇਹ ਵਿਸ਼ਵਾਸ ਦੀ ਢਾਲ ਦਾ ਹੋਣਾ ਬਹੁਤ ਹੀ ਜ਼ਰੂਰੀ ਆ। ਹੁਣ ਇਹ ਵਿਸ਼ਵਾਸ ਦੀ ਢਾਲ ਕੰਮ ਕਿਸ ਤਰ੍ਹਾਂ ਕਰਦੀ ਆ? ਬਾਈਬਲ 'ਚ ਬੜੀਆਂ ਉਦਾਹਰਨਾਂ ਨੇ, ਬੜੇ ਪਰਮੇਸ਼ਰ ਨੇ ਵਚਨ ਇਸ ਵਿਸ਼ਵਾਸ ਦੀ ਢਾਲ ਤੇ ਆਧਾਰਿਤ ਸਾਨੂੰ ਦਲੇਰੀ ਦੇਣ ਦੇ ਲਈ ਆਪਣੇ ਇਸ ਵਚਨ ਦੇ ਵਿੱਚ ਦਰਜ ਕੀਤੇ ਹੋਏ ਨੇ। ਪਰ ਅੱਜ ਅਸੀਂ ਇੱਕ ਵਚਨ ਤੇ ਗੌਰ ਕਰਾਂਗੇ। ਉਹ ਵਚਨ ਹੈ ਦਾਨੀਏਲ ਦੀ ਕਿਤਾਬ 3 ਬਾਬ 13 ਤੋਂ ਲੈ ਕੇ 25 ਤੱਕ। ਜਦੋਂ ਅਸੀਂ ਪੜ੍ਹਦੇ ਹਾਂ ਇਸ ਸਮੇਂ ਤੁਸੀਂ ਇਸ ਕਹਾਣੀ ਦੇ ਵਿੱਚ ਜਾਂ ਇਸ ਵਚਨ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਸਦਰਕ, ਮੇਸ਼ਕ ਤੇ ਅਬਦਨਗੋ 3 ਜਾਣੇ ਸੀ। ਉਹ 3 ਜਾਣੇ ਰਾਜਾ ਦੀ ਮੂਰਤੀ ਦੇ ਅੱਗੇ ਮੱਥਾ ਟੇਕਣ ਤੋਂ ਕੀ ਕਰਦੇ ਨੇ, ਇਨਕਾਰ ਕਰਦੇ ਨੇ। ਯਾਦ ਰੱਖੋ, ਬੜਾ ਮਸ਼ਹੂਰ ਵਾਕਿਆ, ਬੱਚੇ ਨੂੰ ਯਾਦ ਹੈ। ਸਦਰਕ, ਮੇਸ਼ਕ ਤੇ ਅਬਦਨਗੋ ਨੇ ਰਾਜਾ ਦੀ ਬਣਾਈ ਮੂਰਤ ਦੇ ਅੱਗੇ ਕੀ ਕਰ ਦਿੱਤਾ, ਮੱਥਾ ਟੇਕਣ ਤੋਂ ਜਾਂ ਦੰਡਵਤ ਕਰਨ ਤੋਂ ਇਨਕਾਰ ਕਰ ਦਿੱਤਾ। तो आइए पढ़ते हैं जी, 13 तो पढ़ना शुरू करिए। दानियल 3 ਦੀ 13 ਤੋਂ ਲੈ ਕੇ ਕੁਝ ਵਚਨ ਪੜ੍ਹਦੇ ਹਾਂ। ਤਦ ਨਬੂਕਦਨਸਰ ਨੇ ਵੱਡੇ ਕ੍ਰੋਧ ਅਤੇ ਗੁੱਸੇ ਨਾਲ ਜਦੋਂ ਨਬੂਕਦਨਸਰ ਨੂੰ ਇਹ ਪਤਾ ਲੱਗਾ ਕਿ 3 ਲੋਕਾਂ ਨੇ ਮੇਰੀ ਬਣਾਈ ਮੂਰਤ ਦੇ ਅੱਗੇ ਮੱਥਾ ਟੇਕਣ ਤੋਂ ਇਨਕਾਰ ਕਰ ਦਿੱਤਾ ਆ, ਹਾਂ, ਜਾਂ ਮੇਰੇ ਅੱਗੇ ਝੁਕਣ ਤੋਂ ਕੀ ਕਰ ਦਿੱਤਾ ਆ, ਇਨਕਾਰ ਕਰ ਦਿੱਤਾ ਆ, ਹਾਂ। ਤਦ ਨਬੂਕਦਨਸਰ ਨੇ ਵੱਡੇ ਕ੍ਰੋਧ ਅਤੇ ਗੁੱਸੇ ਨਾਲ ਆਗਿਆ ਕੀਤੀ। ਤਦ ਨਬੂਕਦਨਸਰ ਨੇ ਵੱਡੇ ਕ੍ਰੋਧ ਤੇ ਗੁੱਸੇ ਨਾਲ ਕੀ ਕੀਤੀ, ਆਗਿਆ ਕੀਤੀ, ਹਾਂ, ਕਿ ਸਦਰਕ, ਮੇਸ਼ਕ ਤੇ ਅਬਦਨਗੋ ਨੂੰ ਹਾਜ਼ਰ ਕਰੋ, ਕਿ ਇਹਨਾਂ ਤਿੰਨਾਂ ਨੂੰ ਹਾਜ਼ਰ ਕੀਤਾ ਜਾਵੇ, ਹਾਂ। ਤਦ ਉਹਨਾਂ ਨੇ ਉਹਨਾਂ ਆਦਮੀਆਂ ਨੂੰ ਰਾਜੇ ਦੇ ਦਰਬਾਰ ਹਾਜ਼ਰ ਕੀਤਾ। ਫਿਰ ਉਹਨਾਂ ਲੋਕਾਂ ਨੇ ਉਹਨਾਂ ਆਦਮੀਆਂ ਨੂੰ ਰਾਜੇ ਦੇ ਦਰਬਾਰ ਕੀ ਕੀਤਾ, ਹਾਜ਼ਰ ਕੀਤਾ, ਹਾਂ। ਨਬੂਕਦਨਸਰ ਨੇ ਉਹਨਾਂ ਨੂੰ ਆਖਿਆ, ਹਾਂ, ਹੇ ਸਦਰਕ, ਮੇਸ਼ਕ ਤੇ ਅਬਦਨਗੋ, ਹੇ ਸਦਰਕ, ਮੇਸ਼ਕ ਤੇ ਅਬਦਨਗੋ, ਕੀ ਇਹ ਸੱਚ ਹੈ ਕਿ ਤੁਸੀਂ ਮੇਰੇ ਦੇਵਤਾ ਦੀ ਸੇਵਾ ਨਹੀਂ ਕਰਦੇ ਹੋ? ਕੀ ਇਹ ਸੱਚ ਹੈ ਕਿ ਤੁਸੀਂ ਮੇਰੇ ਦੇਵਤੇ ਦੀ ਕੀ ਨਹੀਂ ਕਰਦੇ ਹੋ, ਸੇਵਾ ਕਰਦੇ ਹੋ? ਦੇਖੋ, ਨਬੂਕਦਨਸਰ ਦੀ ਬੋਲੀ ਔਰ ਸ਼ੈਤਾਨ ਦੀ ਬੋਲੀ ਚ ਸਮਾਨਤਾ ਨਜ਼ਰ ਆ ਰਹੀ ਆ। ਵਿਸ਼ਾ ਕਿਹੜਾ ਚੱਲ ਰਿਹਾ? ਆਦਮ ਅਤੇ ਹਵਾ ਦੇ ਪਾਪ ਕਰਨ ਦੇ ਕਾਰਨ ਮਨੁੱਖ ਜਾਤੀ ਤੇ ਆਏ ਨੁਕਸਾਨ, ਜਾਂ ਕੀ ਨੁਕਸਾਨ ਚੱਲਣੇ ਪਏ। ਇਹ ਜੋ ਬੋਲੀ ਤੁਸੀਂ ਸੁਣ ਰਹੇ ਹੋ, ਜੋ ਟੋਨ ਤੁਸੀਂ ਸੁਣ ਰਹੇ ਹੋ, ਕੀ ਕਹਿੰਦਾ ਜੀ, ਕਿਸ ਤਰ੍ਹਾਂ ਗੱਲ ਕਰਦਾ? ਪੜ੍ਹੀ ਜਿਹੜੇ ਦੁਬਾਰਾ। ਤਦ ਨਬੂਕਦਨਸਰ ਨੇ ਉਹਨਾਂ ਨੂੰ ਆਖਿਆ, ਤਦ ਨਬੂਕਦਨਸਰ ਨੇ ਉਹਨਾਂ ਨੂੰ ਆਖਿਆ, ਹੇ ਸਦਰਕ, ਮੇਸ਼ਕ ਤੇ ਅਬਦਨਗੋ, ਹੇ ਸਦਰਕ, ਮੇਸ਼ਕ ਤੇ ਅਬਦਨਗੋ, ਕੀ ਇਹ ਸੱਚ ਹੈ, ਕੀ ਇਹ ਸੱਚ ਹੈ ਕਿ ਤੁਸੀਂ ਬਸ ਇੱਕ ਮਿੰਟ ਥੋੜਾ ਇਸ ਚੀਜ਼ ਤੇ ਰੁਕੋ। ਇਹ ਆਵਾਜ਼ ਜਾਣੀ ਪਛਾਣੀ ਲੱਗਦੀ ਤੁਹਾਨੂੰ?
ਹਾਂਜੀ ਮੋਬਾਈਲ 'ਚ ਸੁਣ ਰਹੇ ਹੋ ਜਾਂ ਇੱਥੇ ਬੈਠੇ ਹੋ, ਇਹ ਆਵਾਜ਼ ਕਿਤੇ ਦਿਖੀ ਹੈ ਪਹਿਲਾਂ ਵੀ? ਇਹੀ ਜੋ ਵਿਸ਼ਾ ਅਸੀਂ ਸ਼ੁਰੂ ਕੀਤਾ ਹਵਾ ਦੇ ਨਾਲ, ਉਹਨੇ ਇਸੇ ਇੱਥੋਂ ਸ਼ੁਰੂ ਕੀਤਾ। ਕੀ ਇਹ ਸੱਚ ਹੈ ਕਿ ਤੁਸੀਂ ਇਸ ਦਰਖਤ ਤੋਂ ਜਾਂ ਇਸ ਬੂਟੇ ਤੋਂ ਤੁਸੀਂ ਕੀ ਨਹੀਂ ਖਾਂਦੇ? ਇਹ ਨਬੂਕਦਨਸਰ ਇਸ ਸਮੇਂ ਸ਼ੈਤਾਨ ਨੂੰ ਪ੍ਰਦਰਸ਼ਿਤ ਕਰ ਰਿਹਾ, ਸ਼ੈਤਾਨ ਨੂੰ ਦਰਸਾ ਰਿਹਾ ਉਸ ਜਗ੍ਹਾ ਤੇ। ਉਹੀ ਟੋਨ ਜੋ ਜਿਸ ਟੋਨ ਦੇ ਨਾਲ ਸ਼ੈਤਾਨ ਗੱਲ ਕਰਦਾ, ਉਸੇ ਟੋਨ ਉਸੇ ਲਿਹਾਜ਼ੇ ਦੇ ਨਾਲ ਅੱਜ ਨਬੂਕਦਨਸਰ ਸ਼ਦਰਕ ਮੇਸ਼ਕ ਅਬਦਨਗੋ ਨਾਲ ਕੀ ਕਰ ਰਿਹਾ ਆ? ਪੜੋ ਜੀ, ਗੱਲ ਕਰ ਰਿਹਾ। ਕੀ ਕਹਿੰਦਾ? ਕੀ ਇਹ ਸੱਚ ਹੈ? ਕੀ ਇਹ ਸੱਚ ਹੈ? ਹਾਂ, ਕਿ ਤੁਸੀਂ ਮੇਰੇ ਦੇਵਤਾ ਦੀ ਸੇਵਾ ਨਹੀਂ ਕਰਦੇ ਹੋ? ਵੇਖੋ ਉੱਥੇ ਵੀ ਉਹਨੇ ਕਿਹਾ ਸੱਚ ਹੈ ਤੁਸੀਂ ਇਹ ਫਲ ਨਹੀਂ ਖਾਂਦੇ, ਇੱਥੇ ਵੀ ਕੀ ਕਿਹਾ? ਕੀ ਇਹ ਸੱਚ ਹੈ ਤੁਸੀਂ ਕੀ ਨਹੀਂ ਕਰਦੇ? ਉਹ ਸਭ ਤੋਂ ਪਹਿਲਾਂ ਸਾਡੇ ਮੂੰਹੋਂ ਸੁਣਨਾ ਚਾਹੁੰਦਾ ਕਿ ਤੁਹਾਡੇ ਉੱਪਰ ਸਚਾਈ ਦੀ ਬੈਲਟ ਹੈ ਕਿ ਨਹੀਂ, ਤੁਹਾਡੇ ਉੱਪਰ ਸਚਾਈ ਦੀ ਕਮਰ ਕੱਸ ਹੈ ਕਿ ਨਹੀਂ, ਤੁਸੀਂ ਸੱਚੇ ਹੋ ਕਿ ਨਹੀਂ। ਇਹ ਮੌਕਾ ਦੇ ਰਿਹਾ ਸਦਰਕ ਮੇਸ਼ਕ ਅਬਦਨਗੋ ਨੂੰ ਕਿ ਇਹ ਕੋ ਬਹਾਨਾ ਲੱਭ ਸਕਦੇ ਨੇ, ਇਹ ਬਹਾਨਾ ਲੱਭ ਸਕਦੇ ਨੇ ਕਿ ਹਾਂ ਸਾਨੂੰ ਪਤਾ ਨਹੀਂ ਲੱਗਾ, ਰਾਜਾ ਸਾਨੂੰ ਪੂਰੀ ਸਮਝ ਨਹੀਂ ਆਈ, ਹੈ ਨਾ। ਇਹ ਹੈ ਸ਼ੈਤਾਨ ਦੇ ਬਲ ਦੇ ਤੀਰ। ਜਦੋਂ ਸ਼ੈਤਾਨ ਤੁਹਾਨੂੰ ਉਲਝਾਉਂਦਾ ਆ, ਉਹ ਇਸ ਤਰੀਕੇ ਨਾਲ ਹੁੰਦਾ ਆ, ਤੁਹਾਨੂੰ ਪੂਰਾ ਪੂਰਾ ਮੌਕਾ ਦਿੰਦਾ। ਕੋਈ ਨਹੀਂ, ਪਹਿਲਾਂ ਨਹੀਂ ਤੇ ਹੁਣ ਸਹੀ। ਕੀ ਇਹ ਸੱਚ ਹੈ ਤੁਸੀਂ ਮੇਰੀ ਬਣਾਈ ਮੂਰਤ ਅੱਗੇ ਕੀ ਨਹੀਂ ਕਰਦੇ? ਉਹ ਤਾਂ ਦੰਡਵਤ ਨਹੀਂ ਕਰਦੇ, ਉਹਨੂੰ ਮੱਥਾ ਨਹੀਂ ਟੇਕਦੇ, ਉਹਦੀ ਸੇਵਾ ਨਹੀਂ ਕਰਦੇ। ਹਾਂ, ਅਤੇ ਨਾ ਉਸ ਸੋਨੇ ਦੀ ਮੂਰਤ ਨੂੰ ਜਿਹਨੂੰ ਮੈਂ ਖੜਾ ਕੀਤਾ ਮੱਥਾ ਟੇਕਦੇ ਹੋ। ਹਾਂਜੀ। ਹੁਣ ਜੇ ਤੁਸੀਂ ਤਿਆਰ ਹੋ ਭਈ ਜਿਸ ਵੇਲੇ ਤੁਸੀਂ ਤੁਰੀ, ਬਾਂਸਰੀ, ਤਾਉਸ, ਸਰੰਗੀ, ਬਰਬਤ, ਬੀਨ ਤੇ ਹਰ ਪ੍ਰਕਾਰ ਦੇ ਆਵਾਜ਼ਾਂ ਦੀ ਆਵਾਜ਼ ਸੁਣੋ, ਤਾਂ ਤੁਸੀਂ ਡਿੱਗ ਕੇ ਮੂਰਤ ਨੂੰ ਜਿਹਨੂੰ ਮੈਂ ਖੜਾ ਕੀਤਾ ਹੈ ਮੱਥਾ ਟੇਕੋ। ਕੀ ਕਹਿੰਦਾ? ਕਹਿੰਦਾ ਹੁਣ ਫਿਰ ਤੁਸੀਂ ਤਿਆਰ ਹੋ ਸਕਦਾ ਪਹਿਲਾਂ ਤੁਹਾਨੂੰ ਸਮਝ ਨਾ ਲੱਗੀ ਹੋਵੇ, ਹੋ ਸਕਦਾ ਪਹਿਲਾਂ ਤੁਹਾਨੂੰ ਇਸ ਚੀਜ਼ ਦਾ ਇਲਮ ਨਾ ਹੋਵੇ, ਤੁਹਾਨੂੰ ਗਿਆਨ ਨਾ ਹੋਵੇ ਤੁਸੀਂ ਕੀ ਕਰ ਰਹੇ ਹੋ, ਪਰ ਹੁਣ ਮੈਂ ਤੁਹਾਨੂੰ ਸਮਝਾਇਆ ਨਾ। ਠੀਕ ਹੈ, ਇੱਕ ਮੌਕਾ ਤੁਹਾਨੂੰ ਹੋਰ ਦਿੰਨੇ ਆ। ਹੁਣ ਜਦੋਂ ਤੁਸੀਂ ਇਹ ਸਭ ਆਵਾਜ਼ਾਂ ਸੁਣੋ ਤੇ ਤੁਸੀਂ ਕੀ ਕਰਿਓ? ਪੜੋ। ਤਾਂ ਤੁਸੀਂ ਡਿੱਗ ਕੇ ਮੂਰਤ ਨੂੰ ਜਿਹਨੂੰ ਮੈਂ ਖੜਾ ਕੀਤਾ ਹੈ ਮੱਥਾ ਟੇਕੋ। ਤਾਂ ਤੁਸੀਂ ਡਿੱਗ ਕੇ ਉਸ ਮੂਰਤ ਨੂੰ ਜਿਹਨੂੰ ਮੈਂ ਖੜਾ ਕੀਤਾ ਕੀ ਕਰੋ? ਮੱਥਾ ਟੇਕੋ। ਹਾਂ, ਤਾਂ ਚੰਗਾ, ਪਰ ਜੇ ਤੇ ਠੀਕ ਆ, ਜੇ ਨਹੀਂ ਹੋਇਆ, ਪਰ ਜੇ ਤੁਸੀਂ ਨਾ ਟੇਕੋ, ਹਾਂ, ਤਾਂ ਉਸੇ ਹੀ ਘੜੀ ਤੁਸੀਂ ਅੱਗ ਦੀ ਬਲਦੀ ਹੋਈ ਭੱਠੀ ਵਿੱਚ ਸੁੱਟੇ ਜਾਓਗੇ। ਉਸੇ ਘੜੀ ਤੁਸੀਂ ਅੱਗ ਦੀ ਬਲਦੀ ਭੱਠੀ ਵਿੱਚ ਕੀ ਕਰ ਦਿੱਤੇ ਜਾਓਗੇ? ਸੁੱਟੇ ਜਾਓਗੇ। ਪਰ ਅੱਗੇ ਅਸੀਂ ਉਹਨਾਂ ਵਿਸ਼ਵਾਸ ਦੇ ਯੋਧਿਆਂ ਦਾ ਜਵਾਬ ਵੇਖਣ ਲਈ ਜਾ ਰਹੇ ਹਾਂ। ਉਹਨਾਂ ਉਸ ਨਬੂਕਦਨਸਰ ਨੂੰ ਕੀ ਜਵਾਬ ਦਿੱਤਾ? ਹਾਂ, ਅਤੇ ਉਹ ਦੇਵਤਾ ਕਿਹੜਾ ਹੈ ਜਿਹੜਾ ਤੁਹਾਨੂੰ ਮੇਰੇ ਹੱਥੋਂ ਛੁਡਾ ਲਵੇ? ਫਿਰ ਕਹਿੰਦਾ ਉਹ ਕਿਹੜਾ ਦੇਵਤਾ ਆ? ਤੁਸੀਂ ਕਿਹੜੇ ਦੇਵਤੇ ਤੇ ਵਿਸ਼ਵਾਸ ਕਰਦੇ ਹੋ? ਕਿਹੜੇ ਦੇਵਤੇ ਦੇ ਨਾਮ ਤੇ ਚੱਲ ਰਹੇ ਹੋ? ਕਿਹੜਾ ਜਿਹੜਾ ਤੁਹਾਨੂੰ ਮੇਰੇ ਹੱਥੋਂ ਕੀ ਕਰੇਗਾ? ਛੁਡਾਏਗਾ। ਹਾਂ, ਤਾਂ ਸ਼ਦਰਕ, ਮੇਸ਼ਕ ਤੇ ਅਬਦਨਗੋ ਨੇ ਰਾਜੇ ਨੂੰ ਉੱਤਰ ਦੇ ਕੇ ਆਖਿਆ। ਤਾਂ ਸਦਰਕ, ਮੇਸ਼ਕ ਤੇ ਅਬਦਨਗੋ ਨੇ ਰਾਜੇ ਨੂੰ ਉੱਤਰ ਦੇ ਕੇ ਆਖਿਆ। ਸਭ ਤੋਂ ਪਹਿਲਾਂ ਉਸ ਦੇਵਤੇ ਦੇ ਬਾਰੇ ਕੀ ਕਹਿੰਦਾ? ਹੇ ਨਬੂਕਦਨਸਰ, ਹਾਂ, ਅਸੀਂ ਇਸ ਗੱਲ ਵਿੱਚ ਤੁਹਾਨੂੰ ਉੱਤਰ ਦੇਣਾ ਜ਼ਰੂਰੀ ਨਹੀਂ ਸਮਝਦੇ। ਕਹਿੰਦਾ ਅਸੀਂ ਇਸ ਗੱਲ 'ਚ ਤੈਨੂੰ ਉੱਤਰ ਦੇਣਾ ਜ਼ਰੂਰੀ ਨਹੀਂ ਸਮਝਦੇ ਕਿ ਉਹ ਕਿਹੜਾ ਦੇਵਤਾ ਆ, ਕਿਉਂਕਿ ਉਹ ਦੇਵਤਾ ਨਹੀਂ ਆ। ਉਹ ਕਿਉਂ ਨੇ ਉਹਨੂੰ ਉੱਤਰ ਦਿੱਤਾ? ਕਿਉਂਕਿ ਦੇਵਤਾ ਨਹੀਂ ਆ, ਉਹ ਪ੍ਰਭੂਆਂ ਦਾ ਪ੍ਰਭੂ ਆ। ਉਹ ਦੇਵਤਾ ਨਹੀਂ ਆ, ਉਹ ਦੇਵਤਿਆਂ ਦਾ ਵੀ ਕੀ ਆ? ਪਰਮੇਸ਼ਰ ਆ। ਅਸੀਂ ਤੈਨੂੰ ਇਸ ਗੱਲ 'ਚ ਉੱਤਰ ਦੇਣਾ ਵੀ ਕੀ ਨਹੀਂ ਸਮਝਦੇ? ਮੁਨਾਸਿਬ ਨਹੀਂ ਸਮਝਦੇ। ਉਹ ਜੋ ਹੈ ਨਾ, ਉਹ ਆਪਣੇ ਆਪ ਨੂੰ ਤੇਰੇ ਤੇ ਅੱਜ ਹੀ ਪ੍ਰਗਟ ਕਰੇਗਾ। ਤੂੰ ਖੁਦ ਵੇਖੇਗਾ ਉਹਨੂੰ। ਅਸੀਂ ਤੈਨੂੰ ਬੋਲ ਕੇ ਦੱਸਿਆ ਤੇ ਕੀ ਦੱਸਿਆ? ਤੂੰ ਆਪ ਅੱਜ ਆਪਣੀ ਅੱਖੀਂ ਵੇਖੇਗਾ, ਜਿਹਦੇ ਤੇ ਸਾਨੂੰ ਯਕੀਨ ਆ, ਜਿਹਦੇ ਤੇ ਸਾਨੂੰ ਵਿਸ਼ਵਾਸ ਆ। ਅਸੀਂ ਇਸ ਗੱਲ ਦਾ ਤੈਨੂੰ ਉੱਤਰ ਦੇਣਾ ਵੀ ਮੁਨਾਸਿਬ ਨਹੀਂ ਸਮਝਦੇ। ਹਾਂਜੀ, ਸਾਡਾ ਪਰਮੇਸ਼ਰ ਜਿਹਦੀ ਅਸੀਂ ਸੇਵਾ ਕਰਦੇ ਹਾਂ, ਸਾਡਾ ਪਰਮੇਸ਼ਰ ਜਿਹਦੀ ਅਸੀਂ ਸੇਵਾ ਕਰਦੇ ਹਾਂ। ਸ਼ੈਤਾਨ ਚਾਹੁੰਦਾ ਤੁਸੀਂ ਮੇਰੀ ਸੇਵਾ ਕਰੋ, ਪਰ ਇੱਕ ਵਿਸ਼ਵਾਸੀ ਕਿਹਦੀ ਸੇਵਾ ਕਰਦਾ? ਪ੍ਰਭੂ ਯੀਸ਼ੂ ਮਸੀਹ ਦੀ। ਕਹਿੰਦਾ ਸਾਡਾ ਪਰਮੇਸ਼ਰ ਜਿਹਦੀ ਅਸੀਂ ਸੇਵਾ ਕਰਦੇ ਹਾਂ। ਹਾਂ, ਸਾਨੂੰ ਅੱਗ ਦੀ ਬਲਦੀ ਹੋਈ ਭੱਠੀ ਤੋਂ ਛਡਾਉ। ਇਹ ਤੂੰ ਜਿਹੜੇ ਡਰਾਵੇ ਸਾਨੂੰ ਦੇ ਰਿਹਾ ਨਾ,
ਕਿ ਅੱਗ ਦੀ ਬਲਦੀ ਕੀ ਕਿਹਦੇ 'ਚ ਪਾ ਦਿੱਤਾ ਜਾਵੇਗਾ? ਇਹ ਸਾਰੀ ਭੱਠੀ ਦੇ ਵਿੱਚੋਂ ਸਾਨੂੰ ਛਡਾਉਣ ਦੀ ਸ਼ਕਤੀ ਰੱਖਦਾ ਈ ਉਹ। ਇਹ ਆ ਵਿਸ਼ਵਾਸ ਦੀ ਢਾਲ। ਕਿ ਤੁਸੀਂ ਜਿਹਦੇ ਪਿੱਛੇ ਚੱਲ ਰਹੇ ਹੋ, ਕਿ ਤੁਹਾਨੂੰ ਉਹਦੇ ਤੇ ਵਿਸ਼ਵਾਸ ਹੈ ਕਿ ਬਿਨਾਂ ਵਿਸ਼ਵਾਸ ਚੱਲ ਪਏ ਹੋ? ਤੁਹਾਨੂੰ ਉਹਦੇ ਉੱਪਰ ਪੂਰਾ ਯਕੀਨ ਕਰਨਾ ਪਵੇਗਾ, ਤੁਹਾਨੂੰ ਉਹਦੇ ਉੱਪਰ ਪੂਰਾ ਵਿਸ਼ਵਾਸ ਕਰਨਾ ਪਏਗਾ। ਵਚਨ ਕਹਿੰਦਾ ਨਾ, ਧੰਨ ਆ ਪ੍ਰਭੂ ਯਿਸੂ ਮਸੀਹ ਜੋ ਮੇਰੇ ਵਿਸ਼ਵਾਸ ਦੀ ਕੀ ਕਰੇਗਾ? ਰਾਖੀ ਕਰੇਗਾ। ਇਹਦਾ ਮਤਲਬ ਕੀ ਹੈ? ਕਿ ਜਿਹਦੇ ਤੇ ਮੈਂ ਵਿਸ਼ਵਾਸ ਕੀਤਾ ਨਾ, ਉਹ ਮੇਰੇ ਵਿਸ਼ਵਾਸ ਨੂੰ ਡੋਲਣ ਨਹੀਂ ਦੇਵੇਗਾ, ਮੇਰੇ ਵਿਸ਼ਵਾਸ ਦੀ ਰਾਖੀ ਕਰੇਗਾ। ਮਤਲਬ ਜਿਹੜਾ ਮੈਂ ਯਕੀਨ ਕੀਤਾ ਨਾ, ਉਹ ਉਸ ਯਕੀਨ ਤੇ ਖਰਾ ਉਤਰੇਗਾ। ਇੱਕ ਉਦਾਹਰਨ ਦੇ ਤੌਰ ਤੇ ਮੈਂ ਤੁਹਾਨੂੰ ਦੱਸਣਾ, ਅਸੀਂ ਬੱਸ 'ਚ ਬੈਠਦੇ ਹਾਂ, ਟ੍ਰੇਨ 'ਚ ਬੈਠਦੇ ਹਾਂ, ਹਵਾਈ ਜਹਾਜ਼ 'ਚ ਬੈਠਦੇ ਹਾਂ। ਸਾਨੂੰ ਉਹਨਾਂ ਟ੍ਰੇਨ ਹਵਾਈ ਜਹਾਜ਼ਾਂ ਦੇ ਡਰਾਈਵਰਾਂ ਔਰ ਪਾਇਲਟਾਂ ਤੇ ਵਿਸ਼ਵਾਸ ਹੁੰਦਾ ਹੈ ਕਿ ਇਹ ਸਾਨੂੰ ਸਹੀ ਸਲਾਮਤ ਸਾਡੀ ਮੰਜ਼ਿਲ ਤੇ ਕੀ ਕਰ ਦੇਣਗੇ? ਪਹੁੰਚਾ ਦੇਣਗੇ। ਇਸੇ ਤਰ੍ਹਾਂ ਤੁਸੀਂ ਜਿਹਦੇ ਤੇ ਵਿਸ਼ਵਾਸ ਕਰਕੇ ਇਸ ਮਸੀਹੀ ਸਫ਼ਰ 'ਚ ਵਿਸ਼ਵਾਸ ਕਰਕੇ ਜਿਹਦੀ ਗੱਡੀ ਤੇ ਬਹਿ ਗਏ ਹੋ ਨਾ, ਉਹਦਾ ਡਰਾਈਵਰ ਆ ਪ੍ਰਭੂ ਯਿਸੂ ਮਸੀਹ। ਉਹ ਤੁਹਾਡੀ ਰਾਖੀ ਕਰੇਗਾ। ਜੋ ਵਿਸ਼ਵਾਸ ਕਰਕੇ ਤੁਸੀਂ ਉਹਦੇ ਨਾਲ ਜੁੜੇ ਹੋ, ਜੋ ਵਿਸ਼ਵਾਸ ਕਰਕੇ ਤੁਸੀਂ ਆਪਣੀ ਜ਼ਿੰਦਗੀ ਦੀ ਬਾਗਡੋਰ ਉਹਨੂੰ ਦਿੱਤੀ ਆ, ਉਹ ਇਸ ਵਿਸ਼ਵਾਸ ਯੋਗ ਆ ਕਿ ਉਹ ਹਰ ਸਥਿਤੀ ਨੂੰ ਸੰਭਾਲ ਸਕਦਾ ਆ। ਹਾਲੇਲੂਇਆ। ਪੜ੍ਹੀਏ ਜੀ ਅੱਗੇ। ਸਾਡਾ ਪਰਮੇਸ਼ਰ ਜਿਹਦੀ ਅਸੀਂ ਸੇਵਾ ਕਰਦੇ ਹਾਂ, ਸਾਨੂੰ ਅੱਗ ਦੀ ਬਲਦੀ ਹੋਈ ਭੱਠੀ ਤੋਂ ਛਡਾਉਣ ਦੀ ਸ਼ਕਤੀ ਰੱਖਦਾ ਹੈ। ਸਾਡਾ ਪਰਮੇਸ਼ਰ ਜਿਹਦੀ ਅਸੀਂ ਸੇਵਾ ਕਰਦੇ ਹਾਂ, ਸਾਨੂੰ ਅੱਗ ਦੀ ਬਲਦੀ ਭੱਠੀ ਤੋਂ ਛਡਾਉਣ ਦੀ ਸ਼ਕਤੀ ਰੱਖਦਾ ਹੈ। ਹਾਂ, ਅਤੇ ਹੈ ਮਹਾਰਾਜ ਜੀ, ਉਹੀ ਸਾਨੂੰ ਤੁਹਾਡੇ ਹੱਥੋਂ ਛੁਡਾਵੇਗਾ। ਉਹ ਸਾਨੂੰ ਤੁਹਾਡੇ ਹੱਥੋਂ ਵੀ ਕੀ ਕਰੇਗਾ? ਛੁਡਾਵੇਗਾ। ਹਾਂ, ਨਹੀਂ ਤਾਂ ਹਾਂਜੀ, ਹੈ ਮਹਾਰਾਜ, ਨਹੀਂ ਤਾਂ ਹੈ ਮਹਾਰਾਜ, ਤੁਹਾਨੂੰ ਪਤਾ ਹੋਵੇ ਕਿ ਅਸੀਂ ਤੁਹਾਡੇ ਦੇਵਤਿਆਂ ਦੀ ਸੇਵਾ ਨਹੀਂ ਕਰਾਂਗੇ। ਅਸੀਂ ਤੁਹਾਡੇ ਦੇਵਤਿਆਂ ਦੀ ਸੇਵਾ ਨਹੀਂ ਕਰਾਂਗੇ। ਕਹਿੰਦੇ ਉਹ ਸ਼ਕਤੀ ਰੱਖਦਾ ਆ, ਪਰ ਇਹਨਾਂ ਯਾਦ ਰੱਖ ਲਾ, ਅਸੀਂ ਤੇਰੇ ਦੇਵਤੇ ਦੀ ਜੋ ਵੀ ਤੇਰੀ ਮਰਜ਼ੀ ਆ, ਅਸੀਂ ਤੇਰੀ ਮਰਜ਼ੀ ਨੂੰ ਪੂਰੀ ਨਹੀਂ ਕਰਾਂਗੇ। ਹਾਲੇਲੂਇਆ। ਹਾਲੇਲੂਇਆ। ਅੱਗੇ ਪੜੋ ਜੀ। ਅਤੇ ਨਾ ਉਸ ਸੋਨੇ ਦੀ ਮੂਰਤ ਅੱਗੇ, ਨਾ ਉਸ ਸੋਨੇ ਦੀ ਮੂਰਤ ਦੇ ਅੱਗੇ ਜਿਹਨੂੰ ਤੁਸਾਂ ਖੜਾ ਕੀਤਾ ਹੈ, ਮੱਥਾ ਟੇਕਾਂਗੇ। ਜਿਹਨੂੰ ਤੁਸਾਂ ਖੜਾ ਕੀਤਾ, ਅਸੀਂ ਮੱਥਾ ਨਹੀਂ ਟੇਕਾਂਗੇ। ਹਾਂਜੀ। ਤਦ ਨਬੂਕਦਨਸਰ ਨੇ ਆਪਣੇ ਆਪ ਵਿੱਚ ਤਾਉ ਖਾਦਾ। ਤਦ ਨਬੂਕਦਨਸਰ ਨੂੰ ਗੁੱਸਾ ਆਇਆ। ਹਾਂ। ਅਤੇ ਉਹਦੇ ਮੂੰਹ ਦਾ ਰੰਗ ਸ਼ਦਰਕ, ਮੇਸਕ ਤੇ ਅਬਦਨਗੋ। ਪਹਿਲਾਂ ਉਹਨੇ ਮੈਂਟਲੀ ਤੀਰ ਚਲਾਏ ਉਹਨਾਂ ਤੇ, ਦਿਮਾਗੀ ਤੌਰ ਤੇ ਉਹਨਾਂ ਨੂੰ ਤੋੜਨ ਦੀ ਕੋਸ਼ਿਸ਼ ਕੀਤੀ, ਦਿਮਾਗੀ ਤੌਰ ਤੇ ਉਹਨਾਂ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ। ਪਰ ਇਹ ਪਰਮੇਸ਼ਰ ਦੇ ਜਨ ਦਿਮਾਗੀ ਤੌਰ ਤੇ ਸਟਰੋਂਗ ਸੀ। ਕਹਿੰਦੇ ਤੂੰ ਜੋ ਮਰਜ਼ੀ ਕਹਿ ਲਾ, ਤੂੰ ਜਿੰਨੀ ਮਰਜ਼ੀਆਂ ਧਮਕੀਆਂ ਦੇ ਲਾ, ਮੈਂ ਜਿਹਦੇ ਪਿੱਛੇ ਨਿਕਲ ਗਿਆ ਆ, ਮੈਂ ਜਿਹਨੂੰ ਆਪਣਾ ਜੀਵਨ ਦੇ ਦਿੱਤਾ ਆ, ਉਹ ਮੇਰੇ ਜੀਵਨ ਦੀ, ਮੇਰੇ ਵਿਸ਼ਵਾਸ ਦੀ ਰਾਖੀ ਕਰ ਸਕਦਾ ਆ। ਤੇ ਯਾਦ ਰੱਖ ਲੈ, ਸ਼ੈਤਾਨ ਤੇਰੀ ਮਰਜ਼ੀ ਮੈਂ ਹਰਗਿਜ਼ ਵੀ ਪੂਰੀ ਨਹੀਂ ਕਰਾਂਗਾ। ਮੈਨੂੰ ਮੇਰੇ ਪ੍ਰਭੂ ਯਿਸੂ ਮਸੀਹ ਤੇ ਕੀ ਆ? ਪੂਰਾ ਵਿਸ਼ਵਾਸ ਆ। ਔਰ ਮੇਰਾ ਵਿਸ਼ਵਾਸ ਮੁਰਦਾ ਨਹੀਂ, ਮੇਰਾ ਵਿਸ਼ਵਾਸ ਜਿਉਂਦਾ ਆ। ਅੱਗੇ ਪੜ੍ਹੀਏ। ਤਾਂ ਨਬੂਕਦਨਸਰ ਦਾ ਮੂੰਹ ਦਾ ਰੰਗ ਸ਼ਦਰਕ, ਮੇਸਕ ਤੇ ਅਬਦਨਗੋ ਉੱਤੇ ਬਦਲ ਗਿਆ। ਨਬੂਕਦਨਸਰ ਦਾ ਮੂੰਹ ਦਾ ਰੰਗ ਹੋਰ ਵੀ ਜ਼ਿਆਦਾ ਉਹਨਾਂ ਤੇ ਕ੍ਰੋਧਿਤ ਹੋ ਗਿਆ। ਹਾਂ। ਤਾਂ ਉਹਨੇ ਹੁਕਮ ਦਿੱਤਾ ਕਿ ਭੱਠੀ ਨੂੰ ਦਸਤੂਰ ਨਾਲੋਂ 7 ਗੁਣਾ ਹੋਰ ਤਾਉ ਦਿਓ। ਤਾਂ ਉਹਨੇ ਹੁਕਮ ਦਿੱਤਾ ਕਿ ਭੱਠੀ ਨੂੰ ਦਸਤੂਰ ਨਾਲੋਂ ਕੀ ਕਰੋ? 7 ਗੁਣਾ ਹੋਰ ਜ਼ਿਆਦਾ ਤਾ ਦਿਓ। ਹਾਂ। ਅਤੇ ਉਹਨੇ ਆਪਣੀ ਫੌਜ ਵਿੱਚੋਂ ਤਕੜੇ ਪਹਿਲਵਾਨਾਂ ਨੂੰ ਹੁਕਮ ਕੀਤਾ। ਉਹਨੇ ਆਪਣੀ ਫੌਜ ਦੇ ਵਿੱਚੋਂ ਤਗੜੇ ਪਹਿਲਵਾਨਾਂ ਨੂੰ ਹੁਕਮ ਕੀਤਾ ਕਿ ਸ਼ਦਰਕ, ਮੇਸਕ ਤੇ ਅਬਦਨਗੋ। ਦੇਖੋ ਇੱਥੇ 2 ਤੀਰ ਚੱਲੇ ਨੇ। ਇਹ ਕਿਹਾ ਕਿ ਤੁਹਾਡੇ ਸਾਹਮਣੇ ਹੀ ਤੁਹਾਡੇ ਜੀਵਨ 'ਚ ਆਉਣ ਵਾਲੀਆਂ ਮੁਸ਼ਕਲਾਂ ਤੁਹਾਨੂੰ 7 ਗੁਣਾ ਹੋਰ ਵੱਡੀਆਂ ਨਜ਼ਰ ਆਉਣਗੀਆਂ। ਯਾਦ ਰੱਖਿਓ, ਮਸੀਹੀਓ ਔਰ ਜੋ ਪਰਮੇਸ਼ਰ ਤੇ ਵਿਸ਼ਵਾਸ ਕਰਦੇ ਹੋ, ਤੁਹਾਡਾ ਨਾਮ ਮਸੀਹੀ ਵੀ ਹੈ ਤੇ ਵਿਸ਼ਵਾਸੀ ਵੀ ਆ, ਦੁਲਹਨ ਵੀ ਆ। ਵਿਸ਼ਵਾਸੀ ਕਿਉਂ? ਕਿਉਂਕਿ ਤੁਸੀਂ ਉਹਦੇ ਤੇ ਕੀ ਕਰਦੇ ਹੋ? ਅੱਜ ਉਹ ਵਿਸ਼ਵਾਸ ਹੀ ਪਰਖਿਆ ਜਾਣਾ, ਅੱਜ ਉਹ ਵਿਸ਼ਵਾਸ ਹੀ ਵੇਖਿਆ ਜਾਣਾ ਕਿ ਵਿਸ਼ਵਾਸ ਕੀ ਆ। ਜਦੋਂ ਤੁਸੀਂ ਸ਼ੈਤਾਨ ਨੂੰ ਇੱਕ ਵਾਰ ਨਾ ਕਹੋਗੇ, ਸ਼ੈਤਾਨ ਤੁਹਾਨੂੰ ਡਰਾਉਣ ਦੇ ਲਈ
ਤੁਹਾਡੇ ਜੀਵਨ 'ਚ ਇਸ ਤਰ੍ਹਾਂ ਦਾ ਪ੍ਰਦਰਸ਼ਨ ਲੈ ਕੇ ਆਵੇਗਾ ਜਾਂ ਇਸ ਤਰ੍ਹਾਂ ਦਾ ਕੰਮ ਲੈ ਕੇ ਆਵੇਗਾ, ਤੁਹਾਨੂੰ ਤੁਹਾਡੇ ਜੀਵਨ 'ਚ ਤੁਹਾਡੀਆਂ ਮੁਸ਼ਕਲਾਂ 7 ਗੁਣਾ ਹੋਰ ਵੱਡੀਆਂ ਔਰ ਵੱਧਦੀਆਂ ਨਜ਼ਰ ਆਉਣਗੀਆਂ। ਹਾਂ, ਅਤੇ ਤੇ ਉਹਨਾਂ ਫਿਰ ਦੂਸਰਾ, ਉਹ ਆਪਣੇ ਸੈਨਾ ਦੇ ਵਿੱਚੋਂ ਲਿਖਿਆ, ਉਹਨੇ ਕੀ ਸੱਦੇ? ਤਗੜੇ ਪਹਿਲਵਾਨ। ਕੁਝ ਤਗੜੇ ਪਹਿਲਵਾਨ ਸੱਦੇ। ਤਗੜੇ ਪਹਿਲਵਾਨਾਂ ਦਾ ਮਤਲਬ ਆਪਣੀ ਸ਼ੈਤਾਨੀ ਸ਼ਕਤੀਆਂ ਨੂੰ, ਆਪਣੀਆਂ ਸ਼ੈਤਾਨੀ ਤਾਕਤਾਂ ਨੂੰ ਵੀ ਤੁਹਾਡੇ ਮਗਰ ਪੂਰਾ ਲਾ ਦੇਗਾ। ਉਹਦੇ ਵੱਡੇ ਵੱਡੇ ਪਹਿਲਵਾਨ, ਉਹਦੀ ਵੱਡੀਆਂ ਤਾਕਤਾਂ ਤੁਹਾਡੇ ਸਾਹਮਣਾ ਕਰਨ ਲਈ ਆਉਣਗੀਆਂ। ਉਹ ਆਪਣੀਆਂ ਤਾਕਤਾਂ ਨੂੰ ਭੇਜੇਗਾ, ਆਪਣੀਆਂ ਸ਼ਕਤੀਆਂ ਨੂੰ ਭੇਜੇਗਾ। ਤੁਹਾਨੂੰ ਕੀ ਕਰਨਾ? ਵਿਸ਼ਵਾਸ 'ਚ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਡੇਗ ਦੇਣ। ਸਭ ਤੋਂ ਪਹਿਲਾਂ ਉਹਨੇ ਭੱਠੀ ਦਾ 7 ਗੁਣਾ ਤੇਜ਼ ਕੀ ਕਰ ਦਿੱਤਾ? ਹੋਰ ਵਧਾ ਦਿੱਤਾ। ਔਰ ਆਪਣੇ ਸੈਨਾ ਦੇ ਵਿੱਚੋਂ, ਆਪਣੀ ਫੌਜ ਦੇ ਵਿੱਚੋਂ ਜਿਹੜੇ ਤਾਕਤਵਰ ਪਹਿਲਵਾਨ ਸੀ ਜਾਂ ਫੌਜੀ ਸੀ, ਉਹਨਾਂ ਨੂੰ ਕੀ ਕਰ ਲਿਆ? ਬੁਲਾ ਲਿਆ। ਉਹਨਾਂ ਕੀ ਕੀਤਾ ਆ ਕੇ? ਹਾਂ, ਅਤੇ ਆਪਣੀ ਫੌਜ ਵਿੱਚੋਂ ਤਕੜੇ ਪਹਿਲਵਾਨਾਂ ਨੂੰ ਹੁਕਮ ਕੀਤਾ ਕਿ ਸ਼ਦਰਕ, ਮੇਸ਼ਕ ਤੇ ਅਬਦਨਗੋ ਨੂੰ ਬੰਨ ਕੇ। ਹੁਣ ਇੱਥੇ ਮੇਰੀ ਗੱਲ ਸੁਣੋ। ਇਹ ਇਤਿਹਾਸ ਹੈ, ਤੁਸੀਂ ਹੁਣ ਸਭ ਜਾਣਦੇ ਹੋ ਕਿ ਅੱਗੇ ਕੀ ਹੋਣ ਵਾਲਾ। ਪਰ ਸ਼ਦਰਕ, ਮੇਸ਼ਕ, ਅਬਦਨਗੋ ਨੂੰ ਅੱਗੇ ਨਹੀਂ ਸੀ ਪਤਾ ਕੀ ਹੋਣ ਵਾਲਾ ਆ। ਉਹਨਾਂ ਨੂੰ ਇੱਕ ਵਿਸ਼ਵਾਸ ਸੀ ਕਿ ਸਾਡਾ ਪਰਮੇਸ਼ਰ ਸਾਨੂੰ ਬਚਾਏਗਾ। ਸਾਨੂੰ ਪਤਾ ਨਾ, ਉਹ ਗਏ ਅੰਦਰ ਕਿੰਨੇ ਜਾਣੇ ਨਜ਼ਰ ਆਏ? 4 ਨਜ਼ਰ। ਇੱਥੋਂ ਤੱਕ ਉਹਨਾਂ ਨੂੰ ਕੁਝ ਨਹੀਂ ਪਤਾ ਉਹ ਕਿਉਂ ਅੱਗੇ ਵਧ ਰਹੇ ਨੇ, ਕਿਉਂਕਿ ਉਹਨਾਂ ਨੂੰ ਯਹੋਵਾ ਪਰਮੇਸ਼ਰ ਤੇ ਪੂਰਾ ਕੀ ਆ? ਭਰੋਸਾ। ਅੱਜ ਅਸੀਂ ਕਿਉਂ ਇਹ ਕਹਾਣੀ ਪੜ੍ਹ ਰਹੇ ਹਾਂ? ਕਿ ਅਸੀਂ ਵੇਖ ਲਈਏ ਉਹ ਵਿਸ਼ਵਾਸ ਦੇ ਯੋਧਿਆਂ ਨੇ ਕੀ ਕੀਤਾ ਤੇ ਫਿਰ ਪ੍ਰਭੂ ਯਿਸੂ ਮਸੀਹ ਨੇ ਉਹਨਾਂ ਦੇ ਵਿਸ਼ਵਾਸ ਦੀ ਰਾਖੀ ਕਿਸ ਤਰ੍ਹਾਂ ਕੀਤੀ, ਉਹਨਾਂ ਦੇ ਵਿਸ਼ਵਾਸ ਨੂੰ ਕਿਸ ਤਰ੍ਹਾਂ ਸੰਭਾਲਿਆ। ਇਹ ਪੜ੍ਹਦਿਆਂ, ਇਹ ਸੁਣਦਿਆਂ ਸਦਰਕ, ਮੇਸ਼ਕ ਤੇ ਅਬਦਨਗੋ ਦੇ ਨਾਲੋਂ ਵੀ ਸਾਡੇ ਅੰਦਰ ਵੱਡਾ ਵਿਸ਼ਵਾਸ ਪੈਦਾ ਹੋ ਜਾਣਾ ਚਾਹੀਦਾ ਆ। ਉਹਨਾਂ ਦੀ ਢਾਲ ਦੇ ਨਾਲੋਂ ਵੀ ਸਾਡੀ ਢਾਲ ਹੋਰ ਵੀ ਕੀ ਹੋ ਜਾਣੀ ਚਾਹੀਦੀ ਆ? ਮਜ਼ਬੂਤ ਹੋ ਜਾਣੀ ਚਾਹੀਦੀ ਆ। ਲਿਖਿਆ ਉਹਨਾਂ ਨੂੰ, ਪਹਿਲਵਾਨਾਂ ਨੂੰ ਬੁਲਾਇਆ, ਤਗੜਿਆਂ ਨੂੰ ਬੁਲਾਇਆ। ਉਹਨਾਂ ਨੇ ਕੀ ਕੀਤਾ? ਹਾਂ, ਕਿ ਸ਼ਦਰਕ, ਮੇਸ਼ਕ ਤੇ ਅਬਦਨਗੋ ਨੂੰ ਬੰਨ ਕੇ, ਸਦਰਕ, ਮੇਸ਼ਕ ਤੇ ਅਬਦਨਗੋ ਨੂੰ ਬੰਨ ਕੇ ਅੱਗ ਦੀ ਬਲਦੀ ਹੋਈ ਭੱਠੀ ਵਿੱਚ ਸੁੱਟ ਦੇਣ। ਅੱਗ ਦੀ ਬਲਦੀ ਭੱਠੀ ਵਿੱਚ ਕੀ ਕਰ ਦੇਣ? ਸੁੱਟ ਦੇਣ। ਉਹਨਾਂ ਨੂੰ ਕੀ ਕਰ ਦਿੱਤਾ ਗਿਆ? ਬੰਨ ਦਿੱਤਾ ਗਿਆ। ਕਈ ਵਾਰ ਪਰਮੇਸ਼ਰ ਸ਼ੈਤਾਨ ਦੇ ਕੁਝ ਕੰਮ ਜਾਂ ਸ਼ੈਤਾਨ ਦੇ ਕੁਝ ਵਾਰ ਤੁਹਾਡੇ ਤੇ ਹੋਣ ਦੇਵੇਗਾ। ਪਹਿਲਾਂ ਤੇ 7 ਗੁਣਾ ਤੇਜ਼ ਅੱਗ ਦਿਖਾਈ ਗਈ ਆ, ਫਿਰ ਉਹ ਸ਼ੈਤਾਨੀ ਸ਼ਕਤੀਆਂ ਵੀ ਕੀ ਕੀਤੀਆਂ ਗਈਆਂ ਨੇ, ਫਿਰ ਉਹਨਾਂ ਦਾ ਸਾਡੇ ਤੇ ਅਸਰ ਹੁੰਦਾ ਵੀ ਕੀ ਕੀਤਾ ਗਿਆ ਆ? ਵਿਖਾਇਆ ਗਿਆ ਆ। ਪਰ ਅੱਗੇ ਜੋ ਹੋਣ ਵਾਲਾ ਨਾ, ਉਹਨੂੰ ਧਿਆਨ ਨਾਲ ਸੁਣਿਓ। ਇੱਥੇ ਐਂਡ ਨਹੀਂ ਆ, ਸ਼ੁਰੂਆਤ ਅੱਗੇ ਹੋਣੀ ਆ। ਹੁਣ ਲਿਖਿਆ ਉਹਨਾਂ ਕੀ ਕਰ ਦਿੱਤਾ? ਉਹਨਾਂ ਨੂੰ ਬੰਨ ਦਿੱਤਾ। ਹਾਂ, ਤਦ ਉਹ ਆਦਮੀ ਆਪਣੇ ਝੱਗਿਆਂ, ਘੁਟਨਿਆਂ, ਪੱਗਾਂ ਤੇ ਲੀੜਿਆਂ ਸਣੇ ਬੰਨੇ ਗਏ। ਫਿਰ ਲਿਖਿਆ ਉਹ ਆਦਮੀ ਆਪਣੇ ਝੱਗਿਆਂ ਔਰ ਘੁਟਨਿਆਂ, ਹਾਂ, ਪੱਗਾਂ ਤੇ ਲੀੜਿਆਂ ਸਣੇ ਬੰਨੇ ਗਏ। ਉਹਨਾਂ ਦਾ ਸਭ ਕੁਝ ਬੰਨ ਦਿੱਤਾ। ਇਹ ਫਿਰ ਕਿਤੇ ਪਰਮੇਸ਼ਰ ਨੇ ਚਾਹਿਆ ਤੇ ਇਹ 4 ਚੀਜ਼ਾਂ ਜਿਨ੍ਹਾਂ ਦੇ ਦੁਆਰਾ ਉਹਨੂੰ ਬੰਧਨ ਪਾਏ ਨਾ, ਮੈਂ ਇਹਨਾਂ ਦੀ ਕਲਾਸ ਲੈ ਕੇ ਆਵਾਂਗਾ। ਪਰ ਅੱਜ ਸਾਡਾ ਉਹ ਵਿਸ਼ਾ ਨਹੀਂ ਹੈ। ਸਿੱਧਾ ਮੈਂ ਕਹਾਂਗਾ, ਕਈ ਵਾਰ ਸ਼ੈਤਾਨ ਤੁਹਾਡਾ ਸਾਰਾ ਕੁਝ ਹੀ ਬਾਉਂਡ ਕਰ ਦੇਗਾ। ਤੁਹਾਨੂੰ ਸਭ ਪਾਸਿਓਂ ਬੰਨਿਆ, ਤੁਸੀਂ ਆਪਣੇ ਆਪ ਨੂੰ ਬੰਨਿਆ ਨਜ਼ਰ ਆਓਗੇ। ਇੱਥੋਂ ਤੱਕ ਵੀ ਸ਼ੈਤਾਨ ਚਾਹੁੰਦਾ ਤੁਸੀਂ ਹੁਣ ਵੀ ਇਨਕਾਰ ਕਰੋ। ਜਦੋਂ ਤੁਸੀਂ ਬੰਨੀ ਹੋਈ ਸਥਿਤੀ 'ਚ ਹੋਵੋਗੇ ਨਾ, ਤੁਸੀਂ ਹੁਣ ਵੀ ਕਹਿ ਦਿਓ, ਉੱਥੇ ਵੀ ਕਹਿ ਦੇਣਾ, ਰਾਜਾ ਅਸੀਂ ਕੀ ਕਰਨ ਲਈ ਤਿਆਰ ਹਾਂ? ਅਸੀਂ ਤੇਰੀ ਮੂਰਤ ਨੂੰ ਮੱਥਾ ਟੇਕਣ ਲਈ। ਤੇ ਉਸੇ ਵੇਲੇ ਉਹਨਾਂ ਦੇ ਕੀ ਕਰ ਸਕਦੇ ਸੀ? ਇਸ ਕਰਕੇ ਪਰਮੇਸ਼ਰ ਕੀ ਚਾਹੁੰਦਾ? ਅੱਜ ਮੇਰੇ ਵਿਸ਼ਵਾਸ ਦਾ ਪ੍ਰਦਰਸ਼ਨ ਹੋਣਾ ਆ, ਇਸ ਕਾਰਨ ਤੂੰ ਚੁੱਪਚਾਪ ਮੇਰੇ ਤੇ ਯਕੀਨ ਕਰਕੇ ਚੁੱਪਚਾਪ ਖੜਾ ਰਹਿ। ਇਸਰਾਇਲੀ ਕੌਮ ਨੂੰ ਜਦੋਂ ਮੂਸਾ ਮਿਸਰ ਚੋਂ ਬਾਹਰ ਕੱਢ ਕੇ ਲੈ ਕੇ ਅੱਗੇ ਆ ਗਿਆ ਲਾਲ ਸਮੁੰਦਰ, ਅੱਗੇ ਲਾਲ ਸਮੁੰਦਰ, ਪਿੱਛੇ ਮਿਸਰ ਦੀ ਸੈਨਾ, ਆਸੇ-ਪਾਸੇ ਜੰਗਲ। ਮੂਸਾ ਕੀ ਕਹਿੰਦਾ ਉਹਨਾਂ ਨੂੰ? ਕਹਿੰਦਾ ਤੁਸੀਂ ਕਿਉਂ ਘਬਰਾਉਂਦੇ ਹੋ? ਡਰੋ ਨਾ। ਅੱਜ ਕੀ ਵੇਖੋ, ਅੱਜ ਪਰਮੇਸ਼ਰ ਦਾ ਕੰਮ ਕੀ ਕਰਿਓ ਵੇਖਿਓ। ਇਸ ਤਰ੍ਹਾਂ ਤੁਸੀਂ ਜੇਕਰ ਆਪਣੇ ਜੀਵਨ 'ਚ ਆਪਣੇ ਆਪ ਨੂੰ ਬੱਝਾ ਹੋਇਆ ਮਹਿਸੂਸ ਕਰ ਰਹੇ ਹੋ, ਆਪਣੇ ਕੰਮ ਬੱਝੇ ਮਹਿਸੂਸ ਕਰ ਰਹੇ ਹੋ, ਆਪਣਾ ਜੀਵਨ ਬੱਝਾ ਮਹਿਸੂਸ ਕਰ ਰਹੇ ਹੋ, ਆਪਣੇ ਸਾਰੇ ਪਾਸਿਓਂ ਤੁਹਾਨੂੰ ਜਕੜਨ ਜਾਂ ਤੁਹਾਨੂੰ ਘੁੱਟਣ ਜਾਂ ਤੁਹਾਨੂੰ ਘੇਰਿਆ ਹੋਇਆ ਆਪਣੇ ਆਪ ਨੂੰ ਮਹਿਸੂਸ ਕਰਦੇ ਹੋ ਨਾ, ਤੇ ਖਲੋਤੇ ਰਹੋ। ਇੱਥੋਂ ਤੱਕ ਆ ਗਏ ਹੋ
ਇੱਥੇ ਆ ਕੇ ਕਿਤੇ ਪਰਮੇਸ਼ਰ ਦਾ ਇਨਕਾਰ ਤੇ ਸ਼ੈਤਾਨ ਦਾ ਇਕਰਾਰ ਨਾ ਕਰਦੇ ਹੋ। ਅਸਲੀ ਗੇਮ ਅੱਗੇ ਸ਼ੁਰੂ ਹੋਣ ਵਾਲੀ ਹੈ। ਲਿਖਿਆ ਜਦੋਂ ਉਹ ਬੰਨੇ ਗਏ ਨੇ, ਹਾਂ, ਤਾਂ ਅੱਗ ਦੀ ਬਲਦੀ ਭੱਠੀ ਵਿੱਚ ਸੁੱਟੇ ਗਏ। ਔਰ ਕੀ ਕਰ ਦਿੱਤੇ ਗਏ? ਤੁਹਾਨੂੰ ਐਸਾ ਮਹਿਸੂਸ ਹੋਏਗਾ ਤੁਸੀਂ ਕਿੱਥੇ ਸੁੱਟੇ ਗਏ ਹੋ। ਬਿਲਕੁਲ ਉਹ ਜਿਹੜੀ 7 ਗੁਣਾ ਅੱਗ ਦਿਖਦੀ ਸੀ ਤੇਜ਼, ਉਹ ਤੁਹਾਡੇ ਨਜ਼ਦੀਕ ਆ ਗਈ ਆ, ਤੁਸੀਂ ਉਹਦੇ 'ਚ ਚਲੇ ਗਏ ਹੋ। ਵੱਜੀ ਹੋਈ ਹਾਲਾਤ 'ਚ ਤੁਸੀਂ ਕਿੱਥੇ ਚਲੇ ਗਏ ਹੋ? 7 ਗੁਣਾ ਤੇਜ਼ ਅੱਗ ਦੇ ਵਿੱਚ। ਇਹਦੇ ਤੋਂ ਜ਼ਿਆਦਾ ਭਿਆਨਕ ਸਥਿਤੀ ਕੋਈ ਹੋਰ ਹੋ ਨਹੀਂ ਸਕਦੀ। ਤੁਸੀਂ ਆਪਣੇ ਆਪ ਨੂੰ ਕਿੱਥੇ ਮਹਿਸੂਸ ਕਰੋ? ਬਿਲਕੁਲ ਮੁਸ਼ਕਲਾਂ ਦੇ ਵਿਚਕਾਰ, ਬਿਲਕੁਲ ਮੁਸੀਬਤਾਂ ਦੇ ਵਿਚਕਾਰ। ਮੈਨੂੰ ਵਿਸ਼ਵਾਸ ਆ ਤੁਹਾਡੇ ਚੋਂ ਕਈ ਜਾਣੇ ਇਸ ਸਥਿਤੀ ਦਾ ਇਸ ਸਮੇਂ ਤਜਰਬਾ ਜਾਂ ਅਨੁਭਵ ਮਹਿਸੂਸ ਕਰਦੇ ਹੋਣਗੇ। ਤੁਹਾਡੇ ਵਿੱਚੋਂ ਕਈ ਐਸੇ ਹੋਣਗੇ ਜਿਨ੍ਹਾਂ ਤੇ ਇਸ ਸਮੇਂ ਇਹ ਹਾਲਾਤ ਆ। ਪਰ ਜੇਕਰ ਤੁਸੀਂ ਹੁਣ ਤੱਕ ਵਿਸ਼ਵਾਸ ਤੇ ਖੜੇ ਰਹਿ ਕੇ ਉਸ ਵਿਸ਼ਵਾਸ ਦੀ ਢਾਲ ਨੂੰ ਹੱਥ 'ਚ ਲੈ ਕੇ ਖੜੇ ਹੋ, ਬੇਸ਼ੱਕ ਸ਼ੈਤਾਨ ਜਿੰਨੇ ਮਰਜ਼ੀ ਵਿਕਰਾਲ ਵੱਡੇ ਮੁਸ਼ਕਲ ਰੂਪ ਦੇ ਵਿੱਚ ਤੁਹਾਡੇ ਸਾਹਮਣੇ ਆਇਆ, ਡਰਨਾ ਨਹੀਂ। ਹੁਣ ਇਹਦੋਂ ਅੱਗੇ ਤੁਸੀਂ ਆਪਣੇ ਨਜਾਤ ਦਾ ਕੰਮ ਵੇਖੋਗੇ। ਲਿਖਿਆ ਜਦੋਂ ਇਹ ਸੁੱਟੇ ਗਏ, ਹਾਂਜੀ, ਇਸ ਲਈ ਭਈ ਰਾਜੇ ਦਾ ਹੁਕਮ ਵੱਡੀ ਤਕੀਦ ਨਾਲ ਸੀ। ਇਸ ਲਈ ਕਿ ਰਾਜੇ ਦਾ ਹੁਕਮ ਕੀ ਸੀ? ਉਹ ਹੁਕਮ ਬੜਾ ਡਾਢਾ ਸੀ, ਹੁਕਮ ਬੜਾ ਤੇਜ਼ ਸੀ, ਹਾਂ, ਅਤੇ ਭੱਠੀ ਦਾ ਤਾਓ ਅਤ ਵਧੇਕ ਸੀ। ਔਰ ਭੱਠੀ ਦਾ ਤਾਓ ਕੀ ਸੀ? ਅਤ ਵਧੇਕ ਸੀ, ਹਾਂ। ਇਸੇ ਕਾਰਨ ਅੱਗ ਦੀ ਲੋ ਨੇ ਸ਼ਦਰਕ, ਮੇਸ਼ਕ ਤੇ ਅਬਦਨਗੋ ਹੁਣ ਦੇ ਪਹਿਲਾ ਚੁੱਕਣ ਕੰਮ ਕੀ ਵਾਲਿਆਂ ਹੋਇਆ? ਕਹਿੰਦਾ ਅੱਗ ਦੀ ਲੋ ਨੇ ਸਦਰਕ, ਮੇਸ਼ਕ ਤੇ ਅਬਦਨਗੋ ਦੇ ਚੁੱਕਣ ਵਾਲਿਆਂ ਨੂੰ ਸਾੜ ਸੁੱਟਿਆ। ਸਭ ਤੋਂ ਪਹਿਲਾਂ ਉਹ ਸੁੱਟਣ ਵਾਲਿਆਂ ਨੂੰ ਕੀ ਕਰੇਗਾ? ਸਾੜੇਗਾ। ਜਿਨ੍ਹਾਂ ਨੇ ਬੰਨਿਆ ਸੀ ਨਾ, ਜੋ ਸ਼ੈਤਾਨ ਦਾ ਕੰਮ, ਜੋ ਸ਼ੈਤਾਨ ਦੇ ਬੰਧਨ ਸੀ, ਜਿਹੜਾ ਬੰਨਣ ਲਈ ਆਇਆ, ਸਭ ਤੋਂ ਪਹਿਲਾਂ ਕਿਹਨੂੰ ਸਾੜੇਗਾ? ਤੁਹਾਡੀ ਵਿਸ਼ਵਾਸ ਦੀ ਢਾਲ ਸਭ ਤੋਂ ਪਹਿਲਾਂ ਉਹਨਾਂ ਤੇ ਵਾਰ ਕਰੇਗੀ। ਸਭ ਤੋਂ ਪਹਿਲਾਂ ਸੁੱਟਣ ਵਾਲੀਆਂ ਸ਼ੈਤਾਨੀ ਸ਼ਕਤੀਆਂ ਕੀ ਹੋਈਆਂ? ਸੜੀਆਂ, ਹਾਂ। ਅਤੇ ਇਹ ਤਿੰਨੇ ਮਨੁੱਖ ਅਰਥਾਤ ਸ਼ਦਰਕ, ਮੇਸ਼ਕ ਤੇ ਅਬਦਨਗੋ ਫਿਰ ਇਹ ਤਿੰਨੇ ਮਨੁੱਖ ਸਦਰਕ, ਮੇਸ਼ਕ ਤੇ ਅਬਦਨਗੋ, ਹਾਂ, ਬੱਧੇ ਹੋਏ ਅੱਗ ਦੀ ਬਲਦੀ ਭੱਠੀ ਵਿੱਚ ਪੈ ਗਏ। ਬੱਧੇ ਹੋਏ ਅੱਗ ਦੀ ਬਲਦੀ ਭੱਠੀ 'ਚ ਕੀ ਹੋ ਗਏ? ਪੈ ਗਏ, ਹਾਂ। ਤਾਂ ਨਬੂਕਦਨਸਰ ਰਾਜਾ ਹੱਕਾ ਬੱਕਾ ਹੋ ਕੇ ਝਟ ਖਲੋ ਗਿਆ। ਔਰ ਫਿਰ ਉਸੇ ਪਲ ਹੀ ਨਬੂਕਦਨਸਰ ਰਾਜਾ ਹੱਕਾ ਬੱਕਾ ਹੋ ਕੇ ਝਟ ਖਲੋ ਗਿਆ, ਹਾਂ। ਉਹ ਬੋਲ ਕੇ ਆਪਣੇ ਸਲਾਹਕਾਰਾਂ ਨੂੰ ਆਖਣ ਲੱਗਾ, ਉਹ ਉੱਚੀ ਉੱਚੀ ਬੋਲ ਕੇ ਕੋਈ ਇੱਕ ਗੱਲ ਆਪਣੇ ਸਲਾਹਕਾਰਾਂ ਦੇ ਨਾਲ ਕਰਨ ਲੱਗਾ। ਕੀ ਕਹਿੰਦਾ? ਹਾਂ, ਕਿ ਅਸਾਂ 3 ਬੰਦਿਆਂ ਨੂੰ ਬਣਵਾ ਕੇ ਅੱਗ ਵਿੱਚ ਨਹੀਂ ਸੁੱਟਵਾਇਆ। ਕਹਿੰਦਾ ਅਸੀਂ 3 ਬੰਦਿਆਂ ਨੂੰ ਬਣਵਾ ਕੇ ਅੱਗ 'ਚ ਸੁੱਟਿਆ ਸੀ ਨਾ, ਹਾਂ। ਉਹਨਾਂ ਨੇ ਉੱਤਰ ਦਿੱਤਾ, ਹੇ ਰਾਜਨ ਸੱਚ ਹੈ। ਹਾਂ, ਉਹਨਾਂ ਕਿਹਾ ਸੱਚ ਹੈ, 3 ਬੰਦੇ ਬੰਨ ਕੇ ਸੁੱਟੇ ਗਏ ਸੀ, ਹਾਂ। ਤਾਂ ਉਸਨੇ ਉੱਤਰ ਦੇ ਕੇ ਆਖਿਆ, ਹਾਂ। ਵੀ ਵੇਖੋ ਮੈਂ 4 ਮਨੁੱਖ ਅੱਗ ਵਿੱਚ ਖੁੱਲੇ ਫਿਰਦੇ ਵੇਖਦਾ ਹਾਂ। ਕਹਿੰਦਾ ਮੈਂ ਹੁਣ ਉਹਨਾਂ ਨੂੰ ਕਿਸ ਤਰ੍ਹਾਂ ਵੇਖਦਾ ਹਾਂ? ਖੁੱਲੇ ਅੱਗ 'ਚ ਜਾਂਦਿਆਂ ਹੀ ਕੀ ਸੜ ਗਏ? ਉਹ ਬੰਧਨ ਵੀ ਸੜ ਗਏ। ਸਭ ਤੋਂ ਪਹਿਲਾਂ ਅੱਗ ਨੇ ਕਿਹਨੂੰ ਸਾੜਿਆ? ਦੂਸਰਾ, ਤੁਹਾਡੇ ਬੰਧਨ ਵੀ ਖੁੱਲ ਜਾਣਗੇ। ਚਿੰਤਾ ਨਾ ਕਰਿਓ, ਹੁਣ ਪਰਮੇਸ਼ਰ ਤੁਹਾਡੇ ਬੰਧਨ ਕੀ ਕਰਨ ਲਈ ਜਾ ਰਿਹਾ। ਪਰ ਵਿਸ਼ਵਾਸ ਤੇ ਖੜੇ ਰਹੋ, ਵਿਸ਼ਵਾਸ ਦੀ ਢਾਲ ਨੂੰ ਹੱਥ 'ਚ ਫੜਿਓ। ਲਿਖਿਆ ਉਹਨਾਂ ਦੇ ਬੰਧਨ ਕੀ ਹੋ ਗਏ ਨੇ? ਖੁੱਲ ਗਏ ਨੇ। ਤੇ ਉਹ ਕੀ ਕਰ ਰਹੇ ਨੇ? ਅੱਗ 'ਚ ਫਿਰ ਰਹੇ ਨੇ। ਮਾਨੋ ਉਹਨਾਂ ਨੂੰ ਕੋਈ ਚਿੰਤਾ ਹੀ, ਮਾਨੋ ਉਹਨਾਂ ਨੂੰ ਕੋਈ ਸੇਕ ਹੀ ਨਹੀਂ ਆ। ਕਿਉਂ ਨਹੀਂ ਆ? ਕਿਉਂਕਿ ਇੱਕ ਸਭ ਤੋਂ ਅਜੀਬ ਘਟਨਾ ਇਹ ਹੋਈ ਆ ਕਿ ਇੱਕ ਚੌਥਾ ਉਹਨਾਂ ਦੇ ਨਾਲ ਆ। ਲਿਖਿਆ ਸੁੱਟੇ ਕਿੰਨੇ ਨੇ? 3, ਔਰ ਦਿਖਾਈ ਕਿੰਨੇ ਦੇ ਰਹੇ ਨੇ? 4। ਹਾਂ, ਪੜੋ। ਤਾਂ ਉਸਨੇ ਉੱਤਰ ਦੇ ਕੇ ਆਖਿਆ ਕਿ ਵੇਖੋ ਮੈਂ 4 ਮਨੁੱਖ ਅੱਗ ਵਿੱਚ ਖੁੱਲੇ ਫਿਰਦੇ ਵੇਖਦਾ ਹਾਂ। ਕਹਿੰਦਾ ਮੈਂ 4 ਮਨੁੱਖਾਂ ਨੂੰ ਅੱਗ ਦੇ ਵਿੱਚ ਖੁੱਲੇ ਫਿਰਦੇ ਵੇਖਦਾ ਹਾਂ, ਅਤੇ ਉਹਨਾਂ ਨੂੰ ਕੁਝ ਨਹੀਂ ਔਰ ਕੁਝ ਦੁੱਖ ਨਹੀਂ। ਕਹਿੰਦਾ ਉਹਨਾਂ ਨੂੰ ਤੇ ਅੰਦਰ ਕੀ ਨਹੀਂ ਆ? ਕੁਝ ਦੁੱਖ ਹੀ। ਉਹਨਾਂ ਕਿਹਾ ਸੀ ਨਾ, ਹੇ ਰਾਜਾ, ਸਾਡਾ ਪ੍ਰਭੂ ਜਿਹਦੇ ਤੇ ਅਸੀਂ ਵਿਸ਼ਵਾਸ ਕਰਦੇ ਹਾਂ, ਸਾਨੂੰ ਅੱਗ ਦੀ ਬਲਦੀ ਭੱਠੀ ਚੋਂ ਵੀ ਬਚਾਉਣ ਦੀ ਸ਼ਕਤੀ ਰੱਖਦਾ ਹੈ। ਉਹਨੇ ਵਿਸ਼ਵਾਸ ਦੀ ਕੀ ਕੀਤੀ? ਉਹਨਾਂ ਦੀ ਰਾਖੀ ਕੀਤੀ। ਜਦੋਂ ਸ਼ੈਤਾਨ ਨੂੰ ਤੁਸੀਂ ਆਪਣੇ ਵਿਸ਼ਵਾਸ ਦਾ ਪ੍ਰਦਰਸ਼ਨ ਕਰਦੇ, ਸ਼ੈਤਾਨ ਦੇ ਸਾਹਮਣੇ, ਜਦੋਂ ਸ਼ੈਤਾਨ ਦੇ ਸਾਹਮਣੇ ਆਪਣੇ ਵਿਸ਼ਵਾਸ ਦੀ ਢਾਲ ਪੇਸ਼ ਕਰਦੇ ਹੋ, ਤੇ ਉਹ ਢਾਲ ਤੁਹਾਨੂੰ ਬਚਾਉਂਦੀ ਆ।
ਉਹ ਢਾਲ ਐਸੀ ਵੈਸੀ ਨਹੀਂ ਆ ਜਿਹਦੇ ਵਿੱਚ ਸ਼ੈਤਾਨ ਸ਼ੇਕ ਕਰ ਸਕੇ। ਅੱਗੇ ਜਾ ਕੇ ਦੱਸਾਂਗਾ ਉਹ ਢਾਲ ਬਣਦੀ ਕਾਦੀ ਹੈ। ਕਿੰਨੇ ਜਾਣੇ ਦਿਖ ਰਹੇ ਨੇ? 4 ਜਾਣੇ ਕਹਿੰਦਾ ਦਿਖ ਰਹੇ ਨੇ, ਮਾਨੋ ਉਹਨਾਂ ਨੂੰ ਕੋਈ ਕੀ ਨਹੀਂ ਆ, ਦੁੱਖ ਨਹੀਂ, ਚਿੰਤਾ ਹੀ ਨਹੀਂ ਆ, ਕੋਈ ਦੁੱਖ ਹੀ ਨਹੀਂ ਆ। ਹਾਂ, ਅਤੇ ਚੌਥੇ ਦਾ ਸਰੂਪ ਦਿਉਤਿਆਂ ਦੇ ਪੁੱਤਰ ਦਾ ਹੈ। ਔਰ ਚੌਥੇ ਦਾ ਸਰੂਪ ਕੀ ਆ? ਦਿਉਤਿਆਂ ਦੇ ਪੁੱਤਰ ਜਿਹਾ। ਹਾਂ, ਫਿਰ ਨਬੂਕਦਨਸਰ ਨੇ ਅੱਗ ਦੀ ਬਲਦੀ ਹੋਈ ਭੱਠੀ ਦੇ ਬੂਹੇ ਦੇ ਨੇੜੇ ਆਇਆ ਫਿਰ ਉਹ ਅੱਗ ਦੀ ਬਲਦੀ ਭੱਠੀ ਦੇ ਬੂਹੇ ਦੇ ਨੇੜੇ ਆਇਆ। ਅਤੇ ਉਹ ਬੋਲਿਆ, ਕੀ ਕਹਿੰਦਾ? ਹੇ ਸ਼ਦਰਕ ਮੇਸ਼ਕ ਤੇ ਅਬਦਨਗੋ, ਹੇ ਸਦਰਕ ਮੇਸ਼ਕ ਤੇ ਅਬਦਨਗੋ, ਆਤਮਹਾਨ ਪਰਮੇਸ਼ਰ ਦੇ ਬੰਦਿਓ, ਆਤਮਹਾਨ ਪਰਮੇਸ਼ਰ ਦੇ ਬੰਦਿਓ, ਬਾਹਰ ਨਿਕਲ ਕੇ ਇੱਧਰ ਆਓ। ਬਾਹਰ ਕੀ ਕਰੋ? ਨਿਕਲ ਕੇ ਆ ਜਾਓ। ਇਹਦਾ 26 ਵਚਨ ਪੜ੍ਹੀਏ ਜੀ। ਫਿਰ ਨਬੂਕਦਨਸਰ ਅੱਗ ਦੀ ਬਲਦੀ ਹੋਈ ਭੱਠੀ ਦੇ ਬੂਹੇ ਦੇ ਨੇੜੇ ਆਇਆ ਹਾਂ ਤਾਂ ਉਹ ਬੋਲਿਆ, ਹੇ ਸ਼ਦਰਕ ਮੇਸ਼ਕ ਤੇ ਅਬਦਨਗੋ, ਹਾਂ ਆਤਮਹਾਨ ਪਰਮੇਸ਼ਰ ਦੇ ਬੰਦਿਓ, ਬਾਹਰ ਨਿਕਲ ਕੇ ਇੱਧਰ ਆਓ। ਹਾਂਜੀ। ਤਾਂ ਸ਼ਦਰਕ ਮੇਸ਼ਕ ਤੇ ਅਬਦਨਗੋ ਅੱਗ ਵਿੱਚੋਂ ਨਿਕਲ ਆਏ। ਕਿੰਨੇ ਜਾਣੇ ਨਿਕਲੇ ਨੇ ਬਾਹਰ? ਸਦਰਕ ਮੇਸ਼ਕ ਤੇ ਅਬਦਨਗੋ ਕੀ ਹੋ ਗਏ? ਅੱਗ ਵਿੱਚੋਂ ਨਿਕਲ ਆਏ। ਪਰ ਅੰਦਰ ਕਿੰਨੇ ਜਾਣੇ ਸੀ? ਉਹ ਚੌਥਾ ਬਾਹਰ ਕਿਉਂ ਨਹੀਂ ਆਇਆ? ਮੈਂ ਤੁਹਾਨੂੰ ਇੱਕ ਸਵਾਲ ਕਰਦਾ, ਉਹ ਚੌਥਾ ਬਾਹਰ ਕਿਉਂ ਨਹੀਂ ਆਇਆ? ਚੌਥਾ ਕਿੱਥੇ ਆ? ਹਜੇ ਵੀ ਅੱਗ ਦੀ ਭੱਠੀ। ਕਿਉਂ? ਉਹ ਤੁਹਾਡਾ ਤੇ ਮੇਰਾ ਕੀ ਕਰ ਰਿਹਾ? ਇੰਤਜ਼ਾਰ ਕਰ ਰਿਹਾ। ਜਦੋਂ ਸ਼ੈਤਾਨ ਤੁਹਾਨੂੰ ਐਸੀ ਬਲ ਦੀ ਭੱਠੀ 'ਚ ਪਾਉਣ ਦੀ ਕੋਸ਼ਿਸ਼ ਕਰੇ ਨਾ, ਜਦੋਂ ਸ਼ੈਤਾਨ ਤੁਹਾਨੂੰ ਐਸੀਆਂ ਮੁਸ਼ਕਲ ਹਾਲਾਤਾਂ ਦੇ ਵਿੱਚ ਪਾਵੇ, ਤੇ ਚਿੰਤਾ ਨਹੀਂ ਕਰਨੀ, ਘਬਰਾਉਣਾ ਨਹੀਂ, ਮੈਂ ਉੱਥੇ ਤੁਹਾਡਾ ਇੰਤਜ਼ਾਰ ਕਰ ਰਿਹਾ। ਮੈਂ ਤੁਹਾਡੇ ਸਾਰੇ ਬੰਧਨ ਖੋਲ ਦਿਆਂਗਾ। ਜਦ ਤੱਕ ਉਹ ਭੱਠੀ 'ਚ ਨਹੀਂ ਸੀ ਪਏ, ਤਦ ਤੱਕ ਉਹਨਾਂ ਦੇ ਜੀਵਨ 'ਚ ਕਸ਼ਟ ਸੀ, ਤਦ ਤੱਕ ਉਹਨਾਂ ਦੇ ਜੀਵਨ 'ਚ ਸਾਰੇ ਪਾਸਿਓਂ ਘਿਰਾਵ ਸੀ, ਤਦ ਤੱਕ ਉਹ ਵੱਜੇ ਹੋਏ ਸੀ। ਪਰ ਜਦੋਂ ਹੀ ਅੱਗ ਦੀ ਬਲਦੀ ਭੱਠੀ 'ਚ ਪਾ ਦਿੱਤਾ, ਉਦੋਂ ਹੀ ਸਭ ਕੁਝ ਠੀਕ ਹੋਣਾ ਸ਼ੁਰੂ ਹੋ ਗਿਆ। ਕਿਉਂਕਿ ਜਿਹਦੇ ਤੇ ਉਹਨਾਂ ਨੇ ਵਿਸ਼ਵਾਸ ਕੀਤਾ ਸੀ ਨਾ, ਉਹਨੇ ਉਹਨਾਂ ਦੇ ਵਿਸ਼ਵਾਸ ਦੀ ਕੀ ਕੀਤੀ ਆ? ਰਖਵਾਲੀ ਕੀਤੀ ਆ। ਇਸ ਤਰ੍ਹਾਂ ਅੱਜ ਪ੍ਰਭੂ ਦੇ ਪਿਆਰਿਓ, ਮਸੀਹੀਓ, ਵਿਸ਼ਵਾਸੀਓ, ਡਰਨਾ ਨਹੀਂ। ਤੁਹਾਡੀ ਵਿਸ਼ਵਾਸ ਦੀ ਢਾਲ ਐਸੀ ਮਜ਼ਬੂਤ ਆ ਜਿਹੜੀ ਕਦੇ ਵੀ ਤੁਹਾਨੂੰ ਧੋਖਾ ਨਹੀਂ ਦੇਵੇਗੀ, ਜਿਹੜੀ ਕਦੇ ਵੀ ਤੁਹਾਨੂੰ ਡਿੱਗਣ ਨਹੀਂ ਦੇਵੇਗੀ, ਜਿਹੜੀ ਕਦੇ ਵੀ ਤੁਹਾਡੇ ਤੇ ਸ਼ੈਤਾਨ ਦਾ ਕੋਈ ਵੀ ਪ੍ਰਭਾਵ ਜਾਂ ਤੀਰ ਚੱਲਣ ਨਹੀਂ ਦੇਵੇਗੀ। ਹੁਣ ਇੱਕ ਵਚਨ ਅਸੀਂ ਹੋਰ ਪੜ੍ਹਦੇ ਹਾਂ, ਮੱਤੀ ਦੀ ਇੰਜੀਲ 14 ਬਾਬ 27 ਤੋਂ ਲੈ ਕੇ 31 ਤੱਕ। ਪਰ ਯਿਸੂ ਨੇ ਝੱਟ ਉਹਨਾਂ ਨੂੰ ਆਖਿਆ, ਇੱਥੇ ਪਤਰਸ ਔਰ ਕੁਝ ਚੇਲੇ ਬੇੜੀ 'ਚ ਜਾ ਰਹੇ ਨੇ, ਔਰ ਪ੍ਰਭੂ ਯਿਸੂ ਮਸੀਹ ਪਾਣੀ ਦੇ ਕੀ ਕਰਦੇ ਨੇ? ਤੁਰਦੇ ਹੋਏ ਆ ਰਹੇ ਨੇ। ਹਾਂ। ਪਰ ਯਿਸੂ ਨੇ ਝੱਟ ਉਹਨਾਂ ਨੂੰ ਆਖਿਆ, ਹਾਂ। ਹੌਸਲਾ ਰੱਖੋ, ਮੈਂ ਹਾਂ, ਉਹਨੇ ਨਾ ਕਿਹਾ, ਡਰੋ। ਹੌਸਲਾ ਰੱਖੋ, ਮੈਂ ਹਾਂ, ਤੁਸੀਂ ਨਾ ਡਰੋ। ਹਾਂ। ਤਦ ਪਤਰਸ ਨੇ ਉਹਨੂੰ ਉੱਤਰ ਦਿੱਤਾ, ਪ੍ਰਭੂ ਜੀ, ਜੇ ਤੂੰ ਹੈ ਤਾਂ ਮੈਨੂੰ ਪਾਣੀ ਉੱਤੋਂ ਦੀ ਆਪਣੇ ਕੋਲ ਆਉਣ ਦੀ ਆਗਿਆ ਦੇ। ਕਹਿੰਦਾ ਜੇ ਪ੍ਰਭੂ ਜੀ ਤੂੰ ਆ ਤੇ ਮੈਨੂੰ ਪਾਣੀ ਦੇ ਉੱਤੇ ਚੱਲਣ ਦੀ ਕੀ ਦੇ? ਆਗਿਆ ਦੇ। ਹਾਂ। ਉਹਨੇ ਆਖਿਆ, ਇਹ ਪਾਣੀ ਤੇ ਚੱਲਣਾ ਮਤਲਬ ਮੁਸ਼ਕਲ, ਉਹ ਪਾਣੀ ਉਹਨਾਂ ਨੂੰ ਡਰਾ ਰਿਹਾ ਸੀ ਨਾ, ਉਹ ਪਾਣੀ ਜਿਹਨੇ ਅੱਜ ਕੀ ਕਰ ਦੇਣਾ ਸੀ? ਉਹਨਾਂ ਡੋਬ ਕੇ ਮਾਰ ਦੇਣਾ ਸੀ। ਪਤਰਸ ਕੀ ਮੰਗ ਰਿਹਾ? ਕਹਿੰਦਾ ਪ੍ਰਭੂ ਮੈਨੂੰ ਆਪਣੇ ਜੀਵਨ ਦੀਆਂ ਮੁਸ਼ਕਲਾਂ, ਪਰੇਸ਼ਾਨੀਆਂ ਔਰ ਸਭ ਮੁਸੀਬਤਾਂ ਦੇ ਸਿਰ ਉੱਤੇ ਪੈਰ ਰੱਖਣ ਦੀ, ਚੱਲਣ ਦੀ ਕੀ ਦੇ? ਤੂੰ ਮੈਨੂੰ ਅੱਜ ਸ਼ਕਤੀ ਦੇ, ਮੈਨੂੰ ਇਹਨਾਂ ਉੱਪਰ ਚੱਲਣ ਦੀ ਕੀ ਦੇ? ਤਾਕਤ ਦੇ। ਪਰਮੇਸ਼ਰ ਨੇ ਕੀ ਕਿਹਾ? ਹਾਂ। ਉਹਨੇ ਆਖਿਆ, ਆ, ਅਤੇ ਪਤਰਸ ਉਹਨੇ ਕਿਹਾ ਕੀ ਕਰ? ਆ ਜਾ। ਅੱਜ ਸਾਨੂੰ ਵੀ ਸਾਡਾ ਵਫਾਦਾਰ ਪਰਮੇਸ਼ਰ, ਸਾਡੀ ਵਿਸ਼ਵਾਸ ਦੀ ਢਾਲ ਕੀ ਕਹਿ ਰਹੀ ਆ? ਆ ਜਾ। ਆਪਣੀਆਂ ਮੁਸ਼ਕਲਾਂ ਨੂੰ ਨਾ ਵੇਖ, ਆਪਣੀਆਂ ਪਰੇਸ਼ਾਨੀਆਂ ਨੂੰ ਵੇਖ, ਆਪਣੇ ਜੀਵਨ ਚ ਆਉਣ ਵਾਲੇ ਹਰ ਤੂਫਾਨ ਨੂੰ ਨਾ ਵੇਖ, ਤੈਨੂੰ ਮੈਂ ਇਹਨਾਂ ਦੇ ਸਿਰ ਉੱਤੇ ਪੈਰ ਰੱਖਣ ਦੀ ਸ਼ਕਤੀ ਦੇਵਾਂਗਾ। ਦੇਖਿਆ, ਜਦੋਂ ਹੀ ਉਹਨੇ ਕਿਹਾ ਆ, ਕੀ ਹੋਇਆ ਜੀ? ਅਤੇ ਪਤਰਸ ਬੇੜੀਓਂ ਉਤਰ ਕੇ ਯਿਸੂ ਦੇ ਕੋਲ ਜਾਣ ਨੂੰ ਪਾਣੀ ਉੱਤੇ ਤੁਰਨ ਲੱਗਾ। ਪਤਰਸ ਬੇੜੀ ਚ ਉਤਰ ਕੇ ਯਿਸੂ ਦੇ ਕੋਲ ਜਾਣ ਨੂੰ ਕੀ ਕਰਨ ਲੱਗ ਗਿਆ? ਉਤਰ ਗਿਆ, ਤੁਰਨ ਲੱਗ ਪਿਆ ਉਧਰ ਨੂੰ। ਹਾਂ। ਪਰ ਪੌਣ ਵੇਖ ਕੇ, ਪਰ ਜਦੋਂ ਧਿਆਨ ਉਹਦਾ ਕਿੱਧਰ ਗਿਆ?
ਹਵਾ ਦੇ ਬੁੱਲਿਆਂ ਵੱਲ, ਫੇਰ ਲਹਿਰਾਂ ਵੱਲ। ਹਾਂ, ਡਰਿਆ ਅਰ ਜਾਂ ਡੁੱਬਣ ਲੱਗਾ। ਜਦੋਂ ਹੀ ਵਿਸ਼ਵਾਸ ਘਟ ਗਿਆ, ਕੀ ਆ ਗਿਆ? ਡਰ ਆ ਗਿਆ। ਜਦ ਤੱਕ ਉਹ ਮੁਕਤੀਦਾਤਾ ਪ੍ਰਭੂ ਯਿਸੂ ਮਸੀਹ ਵੱਲ ਵੇਖਦਾ ਰਿਹਾ, ਤਦ ਤੱਕ ਉਹਨੂੰ ਕੁਝ ਨਹੀਂ ਹੋਇਆ, ਤਦ ਤੱਕ ਪਾਣੀ ਦੇ ਉੱਤੇ ਵੀ ਕੀ ਕਰਦਾ ਰਿਹਾ। ਪਰ ਜਦੋਂ ਉਹਨੇ ਆਪਣੇ ਮੁਸ਼ਕਲਾਂ ਵੱਲ ਜ਼ਿਆਦਾ ਧਿਆਨ ਦੇਣਾ ਸ਼ੁਰੂ ਕਰ ਦਿੱਤਾ, ਉਦੋਂ ਕੀ ਕਰਨ ਲੱਗ ਪਿਆ। ਇਸ ਕਰਕੇ ਇੱਥੇ ਸਾਨੂੰ ਕੀ ਲੈਸਨ ਮਿਲਦਾ? ਸਾਡੇ ਜੀਵਨ 'ਚ ਮੁਸ਼ਕਲਾਂ ਪਰੇਸ਼ਾਨੀਆਂ ਸਾਡੇ ਜੀਵਨ ਦਾ ਹਿੱਸਾ ਨੇ, ਪਰ ਜੇਕਰ ਤੁਸੀਂ ਪ੍ਰਭੂ ਯਿਸੂ ਮਸੀਹ ਦੇ ਵੱਲ ਵੇਖਦੇ ਰਹੋਗੇ, ਆਪਣੇ ਮੁਕਤੀਦਾਤਾ ਪ੍ਰਭੂ ਯਿਸੂ ਮਸੀਹ ਦੇ ਵੱਲ ਤੱਕਦੇ ਰਹੋਗੇ, ਤੁਸੀਂ ਇਹਨਾਂ ਮੁਸ਼ਕਲਾਂ ਪਰੇਸ਼ਾਨੀਆਂ ਬਿਮਾਰੀਆਂ ਤੇ ਫਤਹ ਪਾਉਂਦੇ, ਜਿੱਤ ਪਾਉਂਦੇ, ਅੱਗੇ ਅੱਗੇ ਚੱਲਦੇ ਰਹੋਗੇ। ਜੇ ਤੁਸੀਂ ਇਹਨਾਂ ਦੇ ਵਿੱਚ ਉਲਝ ਗਏ, ਇਹਨਾਂ ਤੇ ਜ਼ਿਆਦਾ ਧਿਆਨ ਦੇਣਾ ਸ਼ੁਰੂ ਕਰ ਦਿੱਤਾ, ਇਹਨਾਂ ਮੁਸ਼ਕਲਾਂ ਤੇ ਜ਼ਿਆਦਾ ਵਿਚਾਰ ਕਰਨਾ ਸ਼ੁਰੂ ਕਰ ਦਿੱਤਾ, ਇਹਨਾਂ ਦੀ ਜ਼ਿਆਦਾ ਚਿੰਤਾ ਕਰਨੀ ਸ਼ੁਰੂ ਕਰ ਦਿੱਤੀ, ਤੇ ਕੀ ਹੋਵੇਗਾ? ਜਦੋਂ ਹੀ ਪਾਉਣ ਨੂੰ ਵੇਖਿਆ, ਹਾਂ, ਅਤੇ ਪਰ ਪੌਣ ਵੇਖ ਕੇ ਡਰਿਆ ਅਰ ਜਾਂ ਡੁੱਬਣ ਲੱਗਾ ਤਾਂ ਚੀਕ ਮਾਰ ਕੇ ਬੋਲਿਆ, ਫਿਰ ਕੀ ਹੋ ਪ੍ਰਭੂ ਗਿਆ? ਜੀ, ਡੁੱਬਣ ਲੱਗਾ। ਫਿਰ ਕਹਿੰਦਾ, ਪ੍ਰਭੂ ਜੀ, ਹਾਂ, ਮੈਨੂੰ ਬਚਾ ਲੈ। ਮੈਨੂੰ ਬਚਾ ਲੈ। ਅਤੇ ਝੱਟ ਯਿਸੂ ਨੇ ਹੱਥ ਲੰਮਾ ਕਰਕੇ ਉਹਨੂੰ ਫੜ ਲਿਆ। ਯਿਸੂ ਮਸੀਹ ਨੇ ਝੱਟ ਹੱਥ ਲੰਮਾ ਕਰਕੇ ਕੀ ਕਰ ਲਿਆ? ਉਹਨੂੰ ਫੜ ਲਿਆ। ਪਰ ਨਾਲ ਇੱਕ ਗੱਲ ਵੀ ਕਹੀ, ਹਾਂ, ਅਤੇ ਉਹਨੂੰ ਆਖਿਆ, ਹੇ ਥੋੜੀ ਪ੍ਰਤੀਤ ਵਾਲਿਆ, ਹੇ ਥੋੜੀ ਪ੍ਰਤੀਤ ਵਾਲਿਆ, ਤੈਂ ਕਿਉਂ ਭਰਮ ਕੀਤਾ? ਤੇਰਾ ਕਹਿੰਦਾ ਵਿਸ਼ਵਾਸ ਕੀ ਹੋ ਗਿਆ? ਘਟ ਗਿਆ। ਤੂੰ ਮੇਰੇ ਤੇ ਕੀ ਕੀਤਾ? ਭਰਮ ਕੀਤਾ ਕਿ ਮੈਂ ਜਿੰਨੇ ਤੈਨੂੰ ਬੁਲਾਇਆ ਉਹ ਤੈਨੂੰ ਬਚਾਏਗਾ ਨਹੀਂ। ਪਰ ਇਸ ਦੇ ਉਲਟ ਅਸੀਂ ਸਦਰਕ ਮੇਸ਼ਕ ਅਬਦਨਗੋ ਦੇ ਜੀਵਨ 'ਚ ਕੀ ਵੇਖਦੇ ਹਾਂ? ਉਹ ਕਹਿੰਦੇ, ਹੇ ਰਾਜਾ, ਜਿਹਦੀ ਅਸੀਂ ਸੇਵਾ ਕਰਦੇ ਹਾਂ ਨਾ, ਸਾਨੂੰ ਕੋਈ ਭਰਮ ਨਹੀਂ ਉਹਦੇ ਤੇ, ਸਾਨੂੰ ਕੋਈ ਬੇਯਕੀਨੀ ਨਹੀਂ ਉਹਦੇ ਤੇ, ਸਾਨੂੰ ਪੂਰਾ ਵਿਸ਼ਵਾਸ ਆ। ਉਹ ਸਾਨੂੰ ਤੇਰੀ ਅੱਗ ਦੀ ਬਲ ਦੀ ਭੱਠੀ 'ਚੋਂ ਬਚਾਉਣ ਦੀ ਵੀ ਕੀ ਰੱਖਦਾ ਈ ਉਹ। ਹਾਲੇਲੂਇਆ। ਕੀ ਐਸਾ ਵਿਸ਼ਵਾਸ ਹੈ ਸਾਡੇ ਕੋਲ? ਬਿਨਾਂ ਭਰਮ ਦਾ ਵਿਸ਼ਵਾਸ। ਔਰ ਤੁਹਾਡੇ ਇਸ ਵਿਸ਼ਵਾਸ ਨੂੰ ਸਮਝਣਾ ਹੋਰ ਵੀ ਸੌਖਾ ਬਣਾਉਣ ਦੇ ਲਈ ਮੈਂ 3 ਵਚਨ ਪੜਾਂਗਾ। ਮੈਨੂੰ ਆਸ ਆ ਇਹਨਾਂ 3 ਵਚਨਾਂ ਦੇ ਨਾਲ ਤੁਹਾਨੂੰ ਆਪਣੀ ਇਸ ਵਿਸ਼ਵਾਸ ਦੀ ਪਰਿਭਾਸ਼ਾ ਹੋਰ ਵੀ ਸੌਖੀ ਹੋ ਕੇ ਸਮਝ ਆਵੇਗੀ। ਜ਼ਬੂਰ 23 ਪੜ੍ਹਦੇ ਹੋ, ਕੀ ਦਿਖਾਉਂਦਾ ਸਾਨੂੰ? ਜ਼ਬੂਰ 23 ਦੀ ਇੱਕ ਆਇਤ ਪੜ੍ਹੋ ਜਰਾ। ਤੁਹਾਡੇ ਵਿਸ਼ਵਾਸ ਦੇ ਲਈ ਇਹ ਵਚਨ ਮੈਂ ਦੱਸ ਰਿਹਾ। ਯਹੋਵਾ ਮੇਰਾ ਅਜ਼ਾਲੀ ਹੈ, ਮੈਨੂੰ ਥੋੜ ਨਹੀਂ ਹੋਵੇਗੀ। ਯਹੋਵਾ ਕੀ ਆ? ਸਾਡਾ ਅਜਾਲੀ। ਅਜਾਲੀ ਕਹਿਣ ਦਾ ਮਤਲਬ ਕਿਸੇ ਵੀ ਚੀਜ਼ ਦੀ ਚਿੰਤਾ ਨਹੀਂ ਕਰਨਾ। ਜਿਸ ਤਰ੍ਹਾਂ ਇੱਕ ਅਜਾਲੀ ਆਪਣੀਆਂ ਭੇਡਾਂ ਦੀ ਕੀ ਕਰਦਾ ਹੈ? ਰਖਵਾਲੀ ਵੀ ਕਰਦਾ, ਉਹਨਾਂ ਦੀ ਖਾਣ ਪੀਣ ਦੀ ਚਿੰਤਾ ਕਰਦਾ, ਉਹਨਾਂ ਦੇ ਰਹਿਣ ਦੀ ਚਿੰਤਾ ਕਰਦਾ, ਉਹਨਾਂ ਦੇ ਹਰ ਕੰਮ ਦੀ ਕੀ ਕਰਦਾ ਉਹ। ਉਸ ਤਰ੍ਹਾਂ ਯਹੋਵਾ ਕੀ ਆ? ਸਾਡਾ ਅਜਾਲੀ। ਕੀ ਤੁਹਾਨੂੰ ਆਪਣੇ ਅਜਾਲੀ ਤੇ ਵਿਸ਼ਵਾਸ ਹੈ? ਇਸ ਰੂਪ ਨੂੰ ਕਹਿ ਸਕਦੇ ਆ, ਸਭ ਕੁਝ ਮੁਹੱਈਆ ਕਰਕੇ ਦਿੰਦਾ ਆ। ਯਹੋਵਾ ਸਾਡਾ ਅਜਾਲੀ ਮਤਲਬ ਸਭ ਕੁਝ ਕੀ ਕਰਨ ਵਾਲਾ? ਮੁਹੱਈਆ ਕਰਨ ਵਾਲਾ। ਇਸ ਵਿਸ਼ਵਾਸ ਦੇ ਨਾਲ ਚੱਲੋ। ਜਦੋਂ ਅਸੀਂ ਪੜ੍ਹਦੇ ਹਾਂ ਇਹਦੀ 3 ਆਇਤ, ਕੀ ਪੜ੍ਹਦੇ ਹਾਂ ਜੀ? ਵਧੀਆ, ਜ਼ਬੂਰ 23 ਦੀ 3। ਉਹ ਮੇਰੀ ਜਾਨ ਵਿੱਚ ਜਾਨ ਪਾਉਂਦਾ ਹੈ। ਹਾਂ, ਧਰਮ ਦੇ ਮਾਰਗਾਂ ਵਿੱਚ ਉਹ ਆਪਣੇ ਨਾਮ ਦੇ ਨਿਮਿਤ ਮੇਰੀ ਅਗਵਾਈ ਕਰਦਾ ਹੈ। ਉਹ ਮੇਰੀ ਅਗਵਾਈ ਕਰਨ ਵਾਲਾ ਆ। ਮੈਂ ਜਿੱਧਰ ਵੀ ਜਾਣਾ ਆ, ਉਹ ਮੇਰੇ ਨਾਲ ਅੱਗੇ ਅੱਗੇ ਆ। ਮੈਂ ਇਸ ਸਫ਼ਰ ਦੇ ਵਿੱਚ, ਜਿਸ ਸਫ਼ਰ 'ਚ ਮੈਂ ਨਿਕਲ ਗਿਆ ਆ, ਉਹ ਮੈਨੂੰ ਇਕੱਲਾ ਨਹੀਂ ਛੱਡਦਾ। ਉਹ ਕੀ ਆ? ਮੇਰੇ ਅੱਗੇ ਆ, ਅਗਵਾਈ ਕਰਦਾ ਆ। ਜੇਕਰ ਅੱਗੋਂ ਕੋਈ ਮੁਸੀਬਤ ਪਰੇਸ਼ਾਨੀ ਆਉਂਦੀ ਆ, ਸਭ ਤੋਂ ਪਹਿਲਾਂ ਉਹ ਚੱਲਦਾ ਆ। ਉਹ ਆ ਮੇਰੀ ਢਾਲ। ਉਹ ਸਭ ਕੁਝ ਸਹਿ ਲੈਂਦਾ ਹੈ, ਉਹ ਸਭ ਕੁਝ ਚੱਲ ਲੈਂਦਾ ਮੇਰੇ ਲਈ। ਸ਼ੈਤਾਨ ਦੇ ਹਰ ਤੀਰ, ਸ਼ੈਤਾਨ ਦੀ ਹਰ ਯੋਜਨਾਵਾਂ, ਉਹ ਮੇਰੇ ਉਹਨਾਂ ਤੋਂ ਮੈਨੂੰ ਕੀ ਕਰ ਲੈਂਦਾ? ਉਹ ਬਚਾ ਲੈਂਦਾ। ਉਹ ਮੇਰਾ ਅਜਾਲੀ ਆ, ਉਹ ਮੇਰਾ ਅਗਵਾਈ ਕਰਦਾ ਆ। ਉਹ ਅਜਾਲੀ ਆ, ਉਹ ਅਗਵਾ ਆ। ਔਰ 4 ਵਚਨ ਪੜ੍ਹੀਏ। ਭਾਵੇਂ ਮੈਂ ਮੌਤ ਦੀ ਸ਼ਾਨ ਦੀ ਵਾਦੀ ਵਿੱਚ ਫਿਰਾਂ, ਭਾਵੇਂ ਮੈਂ ਮੌਤ ਦੀ ਸ਼ਾਨ ਦੀ ਵਾਦੀ 'ਚ ਫਿਰਾਂ, ਮੈਂ ਕਿਸੇ ਬਦੀ ਤੋਂ ਨਹੀਂ ਮੈਂ ਡਰਾਂਗਾ। ਕਿਸੇ ਬਦੀ ਤੋਂ ਨਹੀਂ ਡਰਾਂਗਾ, ਕਿਉਂਕਿ ਤੂੰ ਜੋ ਮੇਰੇ ਨਾਲ ਹੈ। ਹਾਲੇਲੂਇਆ। ਹਾਲੇਲੂਇਆ। ਉਹ ਕੀ ਆ? ਸਾਡੇ ਨਾਲ ਆ। ਕਿ ਇਹ 3 ਚੀਜ਼ਾਂ ਸਾਡੀ ਵਿਸ਼ਵਾਸ ਦੀ ਢਾਲ ਬਣਨਗੀਆਂ। ਹੁਣ ਉਹ ਸਾਡਾ ਚਰਵਾਹਾ ਵੀ ਆ, ਹੁਣ ਉਹ ਸਾਡਾ ਅਗਵਾਈ ਕਰਨ ਵਾਲਾ ਵੀ ਆ, ਤੇ ਹੁਣ ਉਹ ਸਾਡੇ ਕੀ ਆ? ਨਾਲ ਵੀ ਆ। ਇਸ ਚੀਜ਼ ਨੂੰ ਸਮਝਿਓ, ਤੁਹਾਨੂੰ ਉਹ ਕਦੀ ਇਕੱਲਾ ਨਹੀਂ ਛੱਡਦਾ, ਤੁਹਾਡੇ ਲਈ ਸਭ ਕੁਝ ਮੁਹੱਈਆ ਕਰਦਾ। ਫਿਰ ਕਹਿੰਦਾ
ਉਹ ਮੇਰੀ ਕੀ ਕਰਦਾ? ਅਗਵਾਈ ਕਰਦਾ। ਮੈਂ ਕੀ ਕਰਨਾ, ਮੈਂ ਕਿੱਥੇ ਜਾਣਾ, ਉਹ ਦੱਸਦਾ। ਫਿਰ ਕਹਿੰਦਾ ਭਾਵੇਂ ਮੈਂ ਮੌਤ ਦੀ ਛਾਂ ਦੀ ਵਾਦੀ 'ਚ ਫਿਰਾਂ, ਮੈਂ ਕਿਸੇ ਬਦੀ ਤੋਂ ਨਹੀਂ ਡਰਾਂਗਾ, ਕਿਉਂ ਜੋ ਤੂੰ ਮੇਰੇ ਨਾਲ। ਇਸ ਇੱਕ ਜ਼ਬੂਰ 'ਚ ਹੀ 3 ਚੀਜ਼ਾਂ ਦੱਸੀਆਂ ਗਈਆਂ। ਉਹ ਸਾਡਾ ਚਰਵਾਹਾ, ਉਹ ਸਾਡਾ ਅਗਵਾਈ ਕਰਨ ਵਾਲਾ, ਔਰ ਉਹ ਸਾਡੇ ਕੀ ਆ? ਨਾਲ ਨਾਲ ਹੈ। ਕਿ ਇਸ ਵਿਸ਼ਵਾਸ ਦੇ ਜੀਵਨ ਦੀ ਇਸ ਕਿਸ਼ਤੀ ਦੇ ਵਿੱਚ ਅਸੀਂ ਉਹਦੇ ਤੇ ਵਿਸ਼ਵਾਸ ਕਰ ਸਕਦੇ ਹਾਂ। ਲਹਿਰਾਂ ਆਉਣਗੀਆਂ, ਡਗਮਗਾਉਣਗੀਆਂ, ਪਰ ਸਾਡਾ ਪਾਲਣਹਾਰਾ, ਸਾਡਾ ਖੇਵਨਹਾਰਾ, ਸਾਡਾ ਚਰਵਾਹਾ ਸਾਡੀ ਹਰ ਹਾਲਾਤ ਦੇ ਵਿੱਚ ਰਖਵਾਲੀ ਕਰ ਸਕਦਾ ਹੈ। ਸ਼ੈਤਾਨ ਦੀ ਹਰ ਯੋਜਨਾ ਤੋਂ, ਸ਼ੈਤਾਨ ਦੀ ਹਰ ਤੀਰ ਤੋਂ ਜੋ ਤੁਹਾਡੇ ਦਿਮਾਗ 'ਚੋਂ ਲੈ ਕੇ ਆਵੇ, ਤੁਹਾਨੂੰ ਮੈਂਟਲੀ ਅਪਸੈਟ ਕਰਨ ਦੀ ਕੋਸ਼ਿਸ਼ ਕਰੇ, ਤੁਹਾਨੂੰ ਸਰੀਰਕ ਤੌਰ ਤੇ ਤੋੜਨ ਦੀ ਕੋਸ਼ਿਸ਼ ਕਰੇ, ਕਦੇ ਵੀ ਡਰਨਾ ਨਹੀਂ। ਮੇਰਾ ਯਹੋਵਾ ਪਰਮੇਸ਼ਰ ਜਿਹਦੇ ਤੇ ਮੈਂ ਵਿਸ਼ਵਾਸ ਕਰਦਾ ਹਾਂ, ਮੇਰੇ ਵਿਸ਼ਵਾਸ ਦੀ ਰਾਖੀ ਕਰਦਾ ਹੈ। ਹਾਲੇਲੂਇਆ। ਇਸ ਚੀਜ਼ ਨੂੰ ਮੈਂ ਜ਼ਿਆਦਾ ਨਹੀਂ ਇਹਨੂੰ ਖੋਲਿਆ, ਤੁਹਾਨੂੰ ਸਮਝ ਆਉਣ ਦੇ ਲਈ। ਯਹੋਵਾ ਸਾਡਾ ਰਖਵਾਲਾ ਵੀ ਆ, ਯਹੋਵਾ ਸਾਡਾ ਚਰਵਾਹਾ ਵੀ ਆ, ਯਹੋਵਾ ਸਾਡਾ ਅਗਵਾਈ ਵੀ ਕਰਦਾ ਹੈ। ਇਹ ਬਣਦੀ ਹੈ ਸਾਡੀ ਇੱਕ ਵਿਸ਼ਵਾਸ ਦੀ ਢਾਲ, ਇਹ ਬਣਦੀ ਹੈ ਸ਼ੀਲਡ, ਇਹ ਰੋਕਦੀ ਹੈ ਸਭ ਚੀਜ਼ਾਂ ਨੂੰ। ਉਹ ਮੇਰੇ ਨਾਲ ਹੈ, ਮੈਂ ਕਿਉਂ ਡਰਾਂ? ਉਹ ਮੇਰੀ ਅਗਵਾਈ ਕਰਦਾ, ਮੈਂ ਕਿਉਂ ਪਰੇਸ਼ਾਨ ਹੋਵਾਂ? ਉਹ ਧਰਮ ਦੇ ਮਾਰਗਾਂ ਦੇ ਵਿੱਚ ਮੇਰੀ ਅਗਵਾਈ ਕਰ ਰਿਹਾ, ਉਹ ਮੇਰਾ ਅਜਾਲੀ ਹੈ, ਮੈਨੂੰ ਕਿਸੇ ਵੀ ਚੀਜ਼ ਦੀ ਥੋੜ ਨਹੀਂ ਹੋਵੇ। ਹਾਲੇਲੂਇਆ। ਤਾਂ ਆਈਏ ਥੋੜੀ ਦੇਰ ਪ੍ਰਾਰਥਨਾ ਕਰੀਏ। ਆਪਣੀਆਂ ਇਸ ਢਾਲ, ਵਿਸ਼ਵਾਸ ਦੀਆਂ ਢਾਲਾਂ ਨੂੰ ਲੈ ਲਓ। ਉਹ ਸਾਡੇ ਅੱਗੇ ਵੀ ਹੈ, ਸਾਡੀ ਅਗਵਾਈ ਵੀ ਕਰ ਰਿਹਾ, ਸਾਡੇ ਨਾਲ ਵੀ ਆ। ਸ਼ੈਤਾਨ ਦੇ ਸਾਰੇ ਅਗਨਬਾਣ ਬੁਝਾਉਣ ਦੇ ਲਈ ਉਹ ਸਾਡੇ ਨਾਲ ਆ। ਹਾਲੇਲੂਇਆ। ਪ੍ਰਾਰਥਨਾ ਕਰਾਂਗੇ ਥੋੜੀ ਦੇਰ। ਧੰਨਵਾਦ ਹੋ, ਧੰਨਵਾਦ ਹੋ, ਧੰਨਵਾਦ ਹੋ। तो आइए एक गीत भी असी गावांगे, गीत नंबर 173, 173, विश्वास की जीवन की किश्ती में मैं। विश्वास के जीवन की किश्ती में मैं सिय्योन नगर की ओर जा रहा हूँ। विश्वास के जीवन की किश्ती में मैं सिय्योन नगर की ओर जा रहा हूँ। विश्वास करता यीशु को देखकर विश्राम नगर की ओर जा रहा हूँ। विश्वास करता यीशु को देखकर विश्राम नगर की ओर जा रहा हूँ। लहरें जब किश्ती को डगमगाएं, घबराहट मुझको है बिल्कुल नहीं। लहरें जब किश्ती को डगमगाएं, घबराहट मुझको है बिल्कुल नहीं। संसार और सागर को बनाया हुआ प्रभु यीशु मेरे साथ में है। संसार और सागर को बनाया हुआ प्रभु यीशु मेरे साथ में है। विश्वास की जीवन की किश्ती में मैं सिय्योन नगर की ओर जा रहा हूँ। विश्वास के जीवन की किश्ती में मैं सिय्योन नगर की ओर जा रहा हूँ। विश्वास करता यीशु को देख के विश्राम नगर की ओर जा रहा हूँ। विश्वास करता यीशु को देख के विश्राम नगर की ओर जा रहा हूँ। मृत्यु की वादी से जाना भी हो, प्रभु यीशु मेरे साथ में है। मृत्यु की वादी में जाना भी हो, प्रभु यीशु मेरे साथ में है। फजल और रहम का हाथ
हाथ बढ़ाकर संभाल के रखेगा आखिर तक। फजल और रहम का हाथ बढ़ाकर संभाल के रखेगा आखिर तक। विश्वास के जीवन की किश्ती में मैं सिय्योन नगर की ओर जा रहा हूँ। विश्वास के जीवन की किश्ती में मैं सिय्योन नगर की ओर जा रहा हूँ। विश्वास करता यीशु को देख के विश्राम नगर की ओर जा रहा हूँ। विश्वास करता यीशु को देख के विश्राम नगर की ओर जा रहा। दुख और मुसीबत जब चारों ओर से जोर से मुझको जब दबाएंगे, दुख और मुसीबत जब चारों ओर से जोर से मुझको जब दबाएंगे, प्रभु को दिल में याद करके कमजोरी भूल कर जाएंगे हम। प्रभु को दिल में याद करके कमजोरी भूल कर जाएंगे हम। हालेलुया। विश्वास की किस्ती में मैं सिय्योन नगर की ओर जा रहा हूँ। विश्वास के जीवन की किस्ती में मैं सिय्योन नगर की ओर जा रहा हूँ। विश्वास करता यीशु को देख के विश्राम नगर की ओर जा रहा हूँ। विश्वास करता यीशु को देख के विश्राम नगर की ओर जा रहा हूँ। हालेलुया। तो आइए सब अपने सिरां ਨੂੰ ਝੁਕਾਵਾਂਗੇ। मैं प्रार्थना करांगा। सर्वशक्तिमान पिता परमेश्वर तेरा धन्यवाद हो ਅੱਜ ਇਹ ਸੁੰਦਰ ਸਮੇਂ ਦੇ ਲਈ ਕਿ ਇੱਕ ਵਾਰੀ ਫੇਰ ਪਿਤਾ ਜੀ ਤੁਸੀਂ ਸਾਨੂੰ ਆਪਣੇ ਕਦਮਾਂ ਦੇ ਵਿੱਚ ਇਕੱਠਿਆਂ ਕੀਤਾ। ਥੋੜੀ ਦੇਰ ਤੁਹਾਡੀ ਸਤੁਤੀ ਕੀਤੀ, ਪ੍ਰਾਰਥਨਾ ਕੀਤੀ ਪਿਤਾ, ਔਰ ਸਭ ਤੋਂ ਵੱਧ ਕੇ ਤੇਰਾ ਜਿਉਂਦਾ ਵਚਨ ਅਸੀਂ ਸੁਣਿਆ ਪਿਤਾ। ਅੱਜ ਤੇਰੇ ਜਿਉਂਦੇ ਵਚਨ ਨੇ ਸਾਡੇ ਨਾਲ ਗੱਲ ਕੀਤੀ। ਇੱਕ ਵਿਸ਼ਵਾਸੀ ਉਹ ਹੀ ਆ ਜਿਹਦੇ ਹੱਥ ਵਿੱਚ ਵਿਸ਼ਵਾਸ ਦੀ ਢਾਲ ਆ। ਬਿਨਾਂ ਵਿਸ਼ਵਾਸ ਦੀ ਢਾਲ ਦੇ ਅਸੀਂ ਵਿਸ਼ਵਾਸੀ ਨਹੀਂ ਬਣ ਸਕਦੇ ਪਿਤਾ। ਉਹ ਵਿਸ਼ਵਾਸ ਦੀ ਢਾਲ ਕਿਸ ਤਰ੍ਹਾਂ ਕੰਮ ਕਰਦੀ ਆ? ਉਹ ਸਾਨੂੰ ਉਹਦੇ ਸਾਰੇ ਅਗਨਬਾਣਾਂ ਤੋਂ ਬਚਾਉਂਦੀ ਆ ਪਿਤਾ। ਸ਼ੈਤਾਨ ਦੀ ਹਰ ਚਾਲ ਉਹਦੇ ਅੱਗੇ ਫੇਲ ਹੋ ਜਾਂਦੀ ਆ। ਸਦਰਕ ਮੇਸਕ ਦੇ ਵਚਨਾਂ ਦੁਆਰਾ ਪਿਤਾ ਸਾਨੂੰ ਸਮਝਾਇਆ। ਪਤਰਸ ਦੇ ਡੁੱਬਣ ਦੇ ਕਾਰਨ ਵਿਸ਼ਵਾਸ ਵਧਾਇਆ, ਸਮਝਾਇਆ ਕਿ ਘੱਟ ਵਿਸ਼ਵਾਸ ਦੇ ਕਾਰਨ ਅਸੀਂ ਡੁੱਬ ਸਕਦੇ ਹਾਂ ਪਿਤਾ। ਔਰ 23 ਜ਼ਬੂਰ 'ਚ ਜਿਸ ਤਰ੍ਹਾਂ ਤੂੰ ਲਿਖਿਆ, ਤੂੰ ਮੇਰਾ ਜਾਲੀ ਹੈ, ਤੂੰ ਮੇਰਾ ਅਗਵਾਈ ਕਰਦਾ, ਤੂੰ ਮੇਰੇ ਨਾਲ ਹੈ ਪਿਤਾ। ਇਹ ਚੀਜ਼ਾਂ ਸਾਡੇ ਹੋਰ ਵੀ ਵਿਸ਼ਵਾਸ ਨੂੰ ਮਜ਼ਬੂਤ ਕਰਦੀਆਂ ਨੇ ਪਿਤਾ। ਇੱਕ ਇੱਕ ਜਨ ਇਹ ਮਜ਼ਬੂਤ ਵਿਸ਼ਵਾਸ ਦੀ ਢਾਲ ਅੱਗੇ ਲੈ ਕੇ ਆਪਣੇ ਵਿਸ਼ਵਾਸ ਜੀਵਨ 'ਚ ਅੱਗੇ ਵਧੇ ਔਰ ਆਪਣੇ ਇਸ ਸਫ਼ਰ ਨੂੰ ਪੂਰਾ ਕਰੇ, ਸਭ ਕੁਝ ਮੁਕਾ ਕੇ ਖੜਾ ਰਹਿਣ ਵਾਲਾ ਹੋ ਸਕੇ ਪਿਤਾ। ਤਾਂ ਕਿ ਜਿਹੜੇ ਨੁਕਸਾਨ, ਜਿਹੜੇ ਡੈਮੇਜ ਸ਼ੈਤਾਨ ਨੇ ਆਦਮ ਦੇ ਜੀਵਨ ਔਰ ਹਵਾ ਦੇ ਜੀਵਨ 'ਚ ਕੀਤੇ ਸੀ, ਉਹ ਸਾਡੇ ਜੀਵਨ 'ਚ ਨਾ ਹੋ ਪਾਉਣ ਪਿਤਾ। ਤੂੰ ਦਿਆਲੂ ਆ, ਤੂੰ ਕਿਰਪਾਮਾਨ ਪਰਮੇਸ਼ਰ ਹੈ ਪਿਤਾ। ਇੰਨਾ ਕੁਝ ਸਾਡੇ ਲਈ ਤੂੰ ਕਰ ਰਿਹਾ, ਚਾਰੇ ਪਾਸੋਂ ਸਾਨੂੰ ਟੱਕਦਾ, ਹਰ ਇੱਕ ਚੀਜ਼, ਹਰ ਇੱਕ ਗੱਲ ਸਾਨੂੰ ਮੁਹੱਈਆ ਕਰਕੇ ਦਿੱਤੀ ਕਿ ਅਸੀਂ ਫਤਿਹਮੰਦ ਜੀਵਨ ਜੀਏ ਔਰ ਤੇਰੀ ਕਲੀਸਿਆ ਵੀ ਪਿਤਾ ਫਤਿਹਮੰਦ ਜੀਵਨ ਜੀਵੇ। ਮੈਂ ਪ੍ਰਾਰਥਨਾ ਕਰਨਾ ਜਿੰਨੇ ਤੇਰੇ ਬੱਚੇ ਇਸ ਜਗ੍ਹਾ ਤੇ ਬੈਠੇ ਨੇ, ਜਿੰਨੇ ਤੇਰੇ ਬੱਚੇ ਮੋਬਾਈਲਾਂ ਦੁਆਰਾ ਹੁਣ ਸੁਣ ਰਹੇ ਨੇ ਜਾਂ ਬਾਅਦ 'ਚ ਵੀ ਸੁਣੋ, ਉਹਨਾਂ ਸਭਨਾਂ ਤੇ ਤੇਰੀ ਮਹਾਨ ਕਿਰਪਾ ਬਣੇ ਪਿਤਾ। ਉਹਨਾਂ ਸਭਨਾਂ ਦੇ ਹੱਥ 'ਚ ਇਹ ਵਿਸ਼ਵਾਸ ਦੀ ਢਾਲ ਆ ਜਾਏ। ਧੰਨਵਾਦੀ ਹਾਂ, ਪ੍ਰਾਰਥਨਾ ਨੂੰ ਸੁਣਿਆ ਯਿਸੂ ਮਸੀਹ ਦੇ ਨਾਮ 'ਚ ਮੰਗਦੇ ਹਾਂ, ਆਮੀਨ। ਹਾਲੇਲੂਇਆ। ਸਭ ਨੂੰ ਜੈ ਮਸੀਹ ਦੀ। ਫਿਰ ਇਤਵਾਰ ਨੂੰ ਠੀਕ ਸਵੇਰੇ 11 ਵਜੇ ਅਸੀਂ ਪਰਮੇਸ਼ਰ ਦੇ ਵਚਨਾਂ ਲੈ ਕੇ ਲਾਈਵ ਹੋਵਾਂਗੇ। ਤਦ ਤੱਕ ਦੇ ਲਈ ਪਰਮੇਸ਼ਰ ਤੁਹਾਨੂੰ ਸਾਰਿਆਂ ਨੂੰ ਸੰਭਾਲੇ। ਧੰਨਵਾਦ।